ਸ੍ਰੀ ਵਾਹਿਗੁਰੂ ਸਾਹਿਬ ਜੀ। ਨਾਰਦ ਮੁਨੀ ਅਖਾਏ ਦਾ ਅਗਮ ਜਾਣ ਨ ਧੀਰਜ ਆਣੈ। ਸੁਣ ਸੁਣ ਮਸਲਤ ਮਜਲਸੈ ਕਰ ਕਰ ਚੁਗਲੀ ਆਖ ਵਖਾਣੈ। ਬਾਲ ਬੁੱਧ ਸਨਕਾਦ ਕਾ ਬਾਲ ਸੁਭਾਏ ਨਵਿਰਤੀ ਹਾਣੈ। ਜਾਏ ਬੈਕੁੰਠ ਕਰੋਧ ਕਰ ਦੇ ਸਰਾਪ ਜੈ ਵਿਜੈ ਤਿੰਘਾਣੈ। ਅਹੰ ਮੇਉ ਸੁਖ ਦਿਓ ਕਰ ਗਰਭਵਾਸ ਹਉਮੈ ਹੈਰਾਣੈ। ਚੰਦ ਸੂਰਜ ਔਲੰਗ ਭਰੈ ਉਦੈ ਅਸਤ ਵਿੱਚ ਆਵਣ ਜਾਣੈ। ਸਿਵ ਸਕਤੀ ਵਿੱਚ ਗਰਭ ਗੁਮਾਣੈ। ਸਿਵ ਸਕਤੀ ਵਿੱਚ ਗਰਭ ਗੁਮਾਣੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ ਕਰੁਣਾ ਨਿਧਾਨ ਦੀਨਾ ਬੰਧੂ ਜੋਤੀ ਸਵੈਰੂਪ ਚਵਰ ਛਤਰ ਤਖਤ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਸਤਿਗੁਰੂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਵਿਚਾਰ ਵਿੱਚੋਂ ਆਪ ਜੀ ਨੇ ਹੁਣ ਤੱਕ 12ਵੀਂ ਵਾਰ ਦੀਆਂ 10 ਪੌੜੀਆਂ ਤੱਕ ਵਿਚਾਰ ਸਰਵਣ ਕੀਤੀ ਹੈ। ਆਓ ਇਸ ਤੋਂ ਅੱਗੇ ਭਾਈ ਗੁਰਦਾਸ ਜੀ ਗੁਰਮੁਖਾਂ ਦੀ ਜੋ ਪਦਵੀ ਹੈ ਉਹ ਸਭ ਤੋਂ ਉੱਚੀ ਹੈ ਸਾਨੂੰ ਦੱਸ ਰਹੇ ਹੈ। ਬਹੁਤ ਸਾਰੇ ਪਹਿਲਾਂ ਹੋਏ ਰਿਸ਼ੀਆਂ ਮੁਨੀਆਂ ਦੇਵਤਿਆਂ ਦਾ ਜ਼ਿਕਰ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਗੁਰਮੁਖ ਜਿਹੜੇ ਹੈ ਉਹ ਸਭ ਤੋਂ ਉੱਤਮ ਹਨ। ਗੁਰਮੁਖਾਂ ਦੇ ਵਿੱਚ ਬਹੁਤ ਗੁਣ ਹਨ, ਜਿਹੜੇ ਗੁਣ ਉਹਨਾਂ ਰਿਸ਼ੀਆਂ ਮੁਨੀਆਂ ਦੇਵਤਿਆਂ ਦੇ ਵਿੱਚ ਵੀ ਨਹੀਂ ਸੀ। ਇਸ ਲਈ ਭਾਈ ਗੁਰਦਾਸ ਜੀ ਨੇ ਗੁਰਮੁਖਾਂ ਨੂੰ ਵਡਿਆਇਆ ਹੈ। ਸੋ ਜਿਹੜਾ ਗੁਰੂ ਦਾ ਸਿੱਖ ਹੈ, ਗੁਰਮੁਖ ਹੈ, ਉਹਦੇ 'ਤੇ ਸਤਿਗੁਰੂ ਦੀ ਕਿਰਪਾ ਹੁੰਦੀ ਹੈ, ਗੁਣਾਂ ਦਾ ਖਜ਼ਾਨਾ ਉਹਦੇ ਕੋਲ ਹੁੰਦਾ ਹੈ ਅਤੇ ਉਹ ਉਸ ਗੁਣਾਂ ਦੇ ਖਜ਼ਾਨੇ ਨੂੰ ਵੰਡਦਾ ਹੈ, ਹੋਰਾਂ ਨੂੰ ਵੀ ਆਪਣੇ ਵਰਗਾ ਹੀ ਬਣਾ ਲੈਂਦਾ ਹੈ। ਸੋ 11ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਨਾਰਦ ਇਤਿਆਦਿਕ ਜਿਹੜੇ ਰਿਸ਼ੀ ਹੋਏ ਹੈ ਉਹਨਾਂ ਦੀ ਗੱਲ ਕਰਕੇ ਸਾਨੂੰ ਸਮਝਾਉਂਦੇ ਹੈ ਕਿ ਜਿਹੜੇ ਜਿਹੜੇ ਮਾਇਆ ਵਿੱਚ ਫਸੇ ਅਖੀਰ ਉਹਨਾਂ ਨੂੰ ਖੁਆਰ ਹੀ ਹੋਣਾ ਪਿਆ। ਜਿਹੜਾ ਹੰਕਾਰ ਹੈ, ਭਾਵੇਂ ਗੁਣਾਂ ਦਾ ਭਾਵੇਂ ਧਨ ਦੌਲਤ ਦਾ, ਹੰਕਾਰ ਨਾਸ਼ ਕਰ ਦਿੰਦਾ ਹੈ। ਸੋ ਭਾਈ ਗੁਰਦਾਸ ਜੀ ਅੰਮ੍ਰਿਤ ਬਚਨ ਕਰ ਰਹੇ ਹੈ। ਨਾਰਦ ਮੁਨੀ ਅਖਾਏ ਦਾ ਅਗਮ ਜਾਣ ਨਾ ਧੀਰਜ ਆਣੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਹੜਾ ਨਾਰਦ ਹੈ ਨਾ, ਇਹ ਆਪਣੇ ਆਪ ਨੂੰ ਮੁਨੀ ਅਖਵਾਉਂਦਾ ਸੀ।
ਸਾਰੇ ਇਸ ਨੂੰ ਨਾਰਦ ਮੁਨੀ ਜੀ ਕਹਿੰਦੇ ਸੀ। ਆਓ ਮੁਨੀ ਜੀ, ਬੈਠੋ ਮੁਨੀ ਜੀ। ਲੋਕ ਬੜਾ ਇਸ ਨੂੰ ਸਤਿਕਾਰ ਦਿਆ ਕਰਦੇ ਸੀ। ਆਗਮ ਜਾਣ ਨਾ ਧੀਰਜ ਆਣੈ। ਅਗਮ ਪਾਠ ਵੀ ਹੈ ਅਤੇ ਆਗਮ ਵੀ, ਦੋਵੇਂ ਹੀ ਪਾਠ ਹਨ। ਇਹਦਾ ਭਾਵ ਇਹ ਹੈ ਕਿ ਸ਼ਾਸਤਰਾਂ ਨੂੰ ਜਾਣਦਾ ਸੀ, ਸ਼ਾਸਤਰਾਂ ਦਾ ਇਹਨੂੰ ਬੋਧ ਸੀ ਨਾਰਦ ਮੁਨੀ ਨੂੰ। ਸ਼ਾਸਤਰਾਂ ਨੂੰ ਜਾਣ ਬੁੱਝ ਕੇ ਵੀ ਨਾਰਦ ਮੁਨੀ ਨੂੰ ਸਾਰੀ ਉਮਰ ਧੀਰਜ ਨਾ ਆਈ, ਨਾ ਧੀਰਜ ਆਣੈ। ਕਿਧਰੇ ਵੀ ਇਹ ਟਿਕ ਕੇ ਨਹੀਂ ਬੈਠਿਆ। ਕੋਈ ਜ਼ਰੂਰੀ ਨਹੀਂ ਕਿ ਜਿਹੜਾ ਬੰਦਾ ਸ਼ਾਸਤਰਾਂ ਨੂੰ ਜਾਣਦਾ ਹੋਵੇ ਉਹਦੇ ਅੰਦਰ ਧੀਰਜ ਹੋਵੇ, ਸਹਿਨਸ਼ੀਲਤਾ ਹੋਵੇ। ਭਾਈ ਗੁਰਦਾਸ ਜੀ ਕਹਿੰਦੇ ਮੁਨੀ ਅਖਵਾਉਂਦਾ ਸੀ ਨਾਰਦ, ਸ਼ਾਸਤਰਾਂ ਦਾ ਗਿਆਨ ਵੀ ਕੋਲ ਸੀ, ਪਰ ਇਹਨੂੰ ਸਾਰੀ ਉਮਰ ਧੀਰਜ ਨਹੀਂ ਆਇਆ। ਸੁਣ ਸੁਣ ਮਸਲਤ ਮਜਲਸੈ, ਕਰ ਕਰ ਚੁਗਲੀ ਆਖ ਵਖਾਣੈ। ਮਜਲਸ ਹੈ ਕਹਿੰਦੇ, ਮਜਲਸ ਸਭਾ, ਦਰਬਾਰ ਦੇ ਵਿੱਚ ਜੋ ਗੱਲਬਾਤ ਹੁੰਦੀ ਸੀ, ਜੋ ਸਲਾਹਾਂ ਹੁੰਦੀਆਂ ਸੀ, ਅਤੇ ਉਹਨਾਂ ਨੂੰ ਸੁਣ ਕੇ ਅਤੇ ਚੁਗਲੀਆਂ ਕਰਕੇ ਕਹਿੰਦਾ ਰਿਹਾ। ਇੱਧਰ ਦੀ ਗੱਲ ਉੱਧਰ ਅਤੇ ਉੱਧਰ ਦੀ ਗੱਲ ਇੱਧਰ, ਚੁਗਲੀਆਂ ਕਰਦਾ ਰਿਹਾ ਸਾਰੀ ਉਮਰ ਨਾਰਦ ਮੁਨੀ। ਇਹਨੂੰ ਧੀਰਜ ਨਹੀਂ, ਟਿਕਾ ਨਹੀਂ, ਸਹਿਨਸ਼ੀਲਤਾ ਇਹਦੇ ਵਿੱਚ ਨਹੀਂ ਰਹੀ। ਭਾਈ ਗੁਰਦਾਸ ਜੀ ਕਹਿੰਦੇ ਜਿਹੜੇ ਗੁਰਮੁਖ ਹਨ ਉਹ ਇਸ ਤਰ੍ਹਾਂ ਚੁਗਲੀਆਂ ਨਹੀਂ ਕਰਦੇ, ਇੱਧਰ ਦੀਆਂ ਉੱਧਰ ਅਤੇ ਉੱਧਰ ਦੀਆਂ ਇੱਧਰ। ਉਹ ਤਾਂ ਕਿਸੇ ਦੇ ਔਗਣ ਨੂੰ ਵੇਖ ਲੈਣ ਤਾਂ ਵੀ ਢੱਕ ਲੈਂਦੇ ਹੈ, ਪੜਦੇ ਪਾਉਂਦੇ ਹੈ, ਔਗਣਾਂ ਨੂੰ ਜਗ ਜ਼ਾਹਰ ਨਹੀਂ ਕਰਦੇ। ਇਕੱਲਿਆਂ ਉਹਨੂੰ ਪਿਆਰ ਨਾਲ ਸਮਝਾ ਦਿੰਦੇ ਹੈ ਕਿ ਤੂੰ ਇਸ ਔਗਣ ਦਾ ਤਿਆਗ ਕਰ। ਸੋ ਭਾਈ ਗੁਰਦਾਸ ਜੀ ਕਹਿੰਦੇ ਨਾਰਦ ਮੁਨੀ ਵੇਦ ਸ਼ਾਸਤਰਾਂ ਨੂੰ ਜਾਣ ਕੇ ਵੀ ਇਹਨੂੰ ਧੀਰਜ ਨਹੀਂ ਆਇਆ, ਚੁਗਲੀਆਂ ਕਰਦਾ ਰਿਹਾ। ਬਾਲ ਬੁੱਧ ਸਨਕਾਦ ਕਾ, ਬਾਲ ਸੁਭਾਏ ਨਵਿਰਤੀ ਹਾਣੈ। ਹੁਣ ਭਾਈ ਗੁਰਦਾਸ ਜੀ ਜਿਹੜੇ ਬ੍ਰਹਮੇ ਦੇ ਪੁੱਤਰ ਹੋਏ ਆ ਉਹਨਾਂ ਦੀ ਗੱਲ ਕਰਦੇ ਹੈ। ਕਹਿੰਦੇ ਜਿਹੜੇ ਸਨਕ ਆਦਿਕ ਸੀ ਨਾ ਬ੍ਰਹਮੇ ਦੇ ਚਾਰੇ ਪੁੱਤਰ, ਇਹਨਾਂ ਦੀ ਵੀ ਬਾਲਕਾਂ ਵਾਲੀ ਬੁੱਧੀ ਸੀ, ਚੰਚਲ ਸੀ। ਬਾਲ ਸੁਭਾਏ ਨਵਿਰਤੀ ਹਾਣੈ, ਬਾਲ ਸੁਭਾਅ ਹੋਣ ਕਰਕੇ ਨਵਿਰਤੀ ਤੋਂ ਹੀਣ ਰਹੇ। ਇਹਨਾਂ ਦੀ ਸਨਕ ਸਨੰਦਨ ਇਹ ਜਿਹੜੇ, ਇਹਨਾਂ ਦੀ ਚੰਚਲ ਬਿਰਤੀ ਰਹੀ, ਜਿਵੇਂ ਬਾਲਕਾਂ ਦੀ ਚੰਚਲ ਬਿਰਤੀ ਹੁੰਦੀ ਹੈ। ਸੋ ਇਸ ਤਰ੍ਹਾਂ ਦਾ ਸੁਭਾਅ ਇਹਨਾਂ ਦਾ ਰਿਹਾ ਅਤੇ ਝੱਟ ਹੀ ਗੁੱਸੇ ਹੋ ਜਾਂਦੇ ਸੀ। ਵੀ ਜਿਵੇਂ ਬੱਚੇ ਨਹੀਂ, ਨਿੱਕੀਆਂ ਨਿੱਕੀਆਂ ਗੱਲਾਂ ਤੋਂ, ਛੋਟੀਆਂ ਛੋਟੀਆਂ ਗੱਲਾਂ ਤੋਂ ਝੱਟ ਹੀ ਗੁੱਸੇ ਹੋ ਜਾਂਦੇ ਹੈ। ਕੋਈ ਚੀਜ਼ ਨਾ ਖਾਣ ਨੂੰ ਮਿਲੀ ਤਾਂ ਗੁੱਸੇ ਹੋ ਜਾਣਾ ਬੱਚਿਆਂ ਨੇ। ਕਿਤੇ ਕੋਈ ਘਰ ਪਰਿਵਾਰ ਦਾ ਜੀ ਬਾਹਰ ਚੱਲਿਆ, ਬਾਜ਼ਾਰ ਸ਼ਹਿਰ ਚੱਲਿਆ, ਨਾਲ ਨਾ ਲੈ ਕੇ ਗਏ ਤਾਂ ਗੁੱਸੇ ਹੋ ਜਾਂਦੇ ਹੈ, ਰੋਂਦੇ ਹੈ। ਇੱਦਾਂ ਦਾ ਸੁਭਾਅ ਸੀ ਸਨਕ ਆਦਿਕ ਦਾ, ਬਾਲਕਾਂ ਵਰਗਾ, ਚੰਚਲ ਬਿਰਤੀ ਸੀ। ਸੋ ਨਵਿਰਤੀ ਹਾਣੈ, ਨਿਵਿਰਤੀ ਤੋਂ ਹੀਣ ਸੀ, ਚੰਚਲਤਾ ਰਹੀ ਇਹਨਾਂ ਵਿੱਚ। ਜਾਏ ਬੈਕੁੰਠ ਕਰੋਧ ਕਰ, ਦੇ ਸਰਾਪ ਜੈ ਵਿਜੈ ਤਿੰਘਾਣੈ। ਭਾਈ ਗੁਰਦਾਸ ਜੀ ਹੁਣ ਦੱਸਦੇ, ਕਹਿੰਦੇ ਇੱਕ ਵਾਰ ਕੀ ਹੋਇਆ, ਇਹ ਬੈਕੁੰਠ ਵਿੱਚ ਗਏ ਵਿਸ਼ਨੂੰ ਜੀ ਦੇ ਦਰਸ਼ਨ ਕਰਨ। ਸਨਕ ਸਨੰਦਨ ਇਹ ਜਦੋਂ ਦਰਸ਼ਨ ਕਰਨ ਗਏ ਨਾ, ਅਤੇ ਉੱਥੇ ਜਿਹੜੇ ਪਹਿਰੇਦਾਰ ਸੀ ਪਾਰਖਾਦ ਜੈ ਅਤੇ ਵਿਜੈ, ਉਹਨਾਂ ਨੇ ਦਰਵਾਜ਼ੇ 'ਤੇ ਰੋਕ ਲਿਆ ਇਹਨਾਂ ਨੂੰ। ਕਹਿੰਦੇ ਵੀ ਪੁੱਛ ਕੇ ਆਵਾਂਗੇ ਵਿਸ਼ਨੂੰ ਭਗਵਾਨ ਨੂੰ ਅਤੇ ਫਿਰ ਦਰਸ਼ਨ ਕਰਨ ਜਾ ਸਕਦੇ ਹੋ। ਜੈ ਅਤੇ ਵਿਜੈ ਨੇ ਇਸ ਗੱਲ ਦਾ ਗੁੱਸਾ ਮੰਨਿਆ। ਕਹਿੰਦੇ ਅਸੀਂ ਇੰਨੀ ਦੂਰੋਂ ਦਰਸ਼ਨ ਕਰਨ ਆਏ ਹਾਂ, ਤੁਸੀਂ ਰੋਕਦੇ ਕਿਉਂ ਹੋ? ਉਹ ਕਹਿੰਦੇ ਵੀ ਇਹ ਇੱਥੋਂ ਦੀ ਮਰਿਆਦਾ ਅਸੂਲ ਹੈ,
ਕਿ ਪੁੱਛ ਕੇ ਹੀ ਅੰਦਰ ਜਾਣ ਦਿੱਤਾ ਜਾਂਦਾ, ਬਿਨਾਂ ਪੁੱਛਿਆ ਨਹੀਂ ਅੰਦਰ ਤੁਸੀਂ ਜਾ ਸਕਦੇ, ਪੁੱਛ ਕੇ ਪਹਿਲੋਂ ਆਵਾਂਗੇ। ਤੋ ਇਹ ਜਿਹੜੇ ਸਨਕਾਦਿਕ ਸੀ ਨਾ, ਇਹਨਾਂ ਨੇ ਉਹ ਜਿਹੜੇ ਪਹਿਰੇਦਾਰ ਸੀ ਜੈ ਤੇ ਵਿਜੈ, ਉਹਨਾਂ ਨੂੰ ਸਰਾਪ ਦੇ ਦਿੱਤਾ, ਧਿੰਗਾਣੇ ਧੱਕਾ ਕੀਤਾ, ਬਦੋ ਬਦੀ ਮੱਲੋ ਮੱਲੀ ਉਹਨਾਂ ਨੂੰ ਸਰਾਪ ਦੇ ਦਿੱਤਾ ਰਾਖਸ਼ ਹੋਣ ਦਾ, ਵੀ ਜਾਓ ਜਾ ਕੇ ਰਾਖਸ਼ ਬਣੋ। ਇੱਦਾਂ ਦੇ ਸੁਭਾਅ ਵਾਲੇ ਸੀ ਵੀ ਛੋਟੀ ਜੀ ਗੱਲ ਤੋਂ ਗੁੱਸੇ ਹੋ ਜਾਣਾ, ਵੀ ਪਹਿਰੇਦਾਰ ਉੱਥੇ ਰੋਕਣ ਵਾਸਤੇ ਹੀ ਖਲੋਤੇ ਹੈ ਨਾ, ਹਰੇਕ ਬੰਦੇ ਨੂੰ ਪੁੱਛ ਕੇ ਹੀ ਅੰਦਰ ਜਾਣ ਦੇਣਗੇ, ਪਰ ਇਹਨਾਂ ਨੇ ਇੰਨੀ ਗੱਲ ਦਾ ਵੀ ਗੁੱਸਾ ਕੀਤਾ, ਸਾਨੂੰ ਰੋਕਿਆ ਕਿਉਂ, ਅਸੀਂ ਬ੍ਰਹਮੇ ਦੇ ਪੁੱਤਰ ਹਾਂ, ਸਰਾਪ ਦੇ ਦਿੱਤਾ ਵੀ ਰਾਖਸ਼ ਬਣੋ। ਇੱਦਾਂ ਦੇ ਸੁਭਾਅ ਵਾਲੇ ਸੀ, ਮਤਲਬ ਸਹਿਨਸ਼ੀਲਤਾ ਨਹੀਂ ਸੀ ਹੈਗੀ, ਧੀਰਜ ਨਹੀਂ ਸੀ ਇਹਨਾਂ ਦੇ ਵਿੱਚ। ਅਹੰ ਮੇਓ ਸੁਖ ਦਿਓ ਕਰ, ਗਰਭਵਾਸ ਹਉਮੈ ਹੈਰਾਣੈ। ਭਾਈ ਗੁਰਦਾਸ ਜੀ ਕਹਿੰਦੇ ਹੰਕਾਰ ਕਰਕੇ ਜਿਹੜਾ ਸੁਖਦੇਵ ਸੀ, ਇਹ ਵੀ ਮਾਤਾ ਦੇ ਗਰਭ ਦੇ ਵਿੱਚ 12 ਸਾਲ ਉੱਥੇ ਇਹਨੇ ਗੁਜ਼ਾਰ ਦਿੱਤੇ, ਕਿ ਬਾਹਰ ਜਿਹੜੀ ਹੈ ਮਾਇਆ ਹੈ, ਮੈਂ ਮਾਇਆ 'ਚ ਗਲਤਾਨ ਹੋ ਜਾਣਾ, ਮਾਤਾ ਦੇ ਗਰਭ ਵਿੱਚ ਹੀ ਰਹਿਣਾ, ਮੈਂ ਜਨਮ ਹੀ ਨਹੀਂ ਲੈਣਾ। ਤੋ ਇਹਨੂੰ ਵੀ ਹੰਕਾਰ ਸੀ ਇਸ ਗੱਲ ਦਾ। ਔਰ ਜਿਸ ਵੇਲੇ ਫਿਰ ਇਹਨੇ ਜਨਮ ਲਿਆ, ਉਦੋਂ ਮਾਇਆ ਦੇ ਪ੍ਰਭਾਵ ਨੂੰ ਰੋਕਿਆ ਪਰਮੇਸ਼ਰ ਨੇ, ਅਤੇ ਉਹ ਜਦੋਂ ਇਹਨੇ ਜਨਮ ਲਿਆ ਸੁਖਦੇਵ ਨੇ, ਅਤੇ ਜਿਹੜੇ ਜਿਹੜੇ ਉਦੋਂ ਹੋਰ ਬੱਚੇ ਪੈਦਾ ਹੋਏ, ਉਹ ਫਿਰ 84 ਸਿੱਧ ਕਹਿਲਾਏ। ਉਦੋਂ ਮਾਇਆ ਦਾ ਪ੍ਰਭਾਵ ਰੋਕਿਆ ਗਿਆ ਸੀ। ਸੋ ਇਹ ਜਿਹੜਾ ਸੁਖਦੇਵ ਸੀ ਨਾ, ਇਹ ਵੀ ਹਉਮੈ ਦੇ ਵਿੱਚ ਹੈਰਾਨ ਹੋਇਆ ਰਿਹਾ, ਹਉਮੈ ਵਿੱਚ ਹੀ ਰਿਹਾ ਵੀ ਮੈਂ ਬਾਹਰ ਨਹੀਂ ਆਉਣਾ, ਸੰਸਾਰ ਵਿੱਚ ਮਾਇਆ ਪ੍ਰਬਲ ਹੈ। ਸੋ ਇਹਨੂੰ ਵੀ ਹੰਕਾਰ ਅੰਦਰੋਂ ਖਾਈ ਗਿਆ। ਚੰਦ ਸੂਰਜ ਔਲੰਗ ਭਰੈ, ਉਦੈ ਅਸਤ ਵਿੱਚ ਆਵਣ ਜਾਣੈ। ਇਸੇ ਤਰ੍ਹਾਂ ਚੰਦ ਅਤੇ ਸੂਰਜ ਇਹ ਵੀ ਦੋਸ਼ਾਂ ਦੇ ਭਰੇ ਹੋਏ ਹੈ, ਇਹ ਵੀ ਕਦੇ ਉਦੈ ਹੋ ਜਾਂਦੇ ਆ, ਕਦੇ ਅਸਤ ਹੋ ਜਾਂਦੇ, ਕਦੇ ਨਿਕਲ ਪਏ, ਕਦੇ ਛਿਪ ਗਏ। ਸੋ ਇਸ ਤਰ੍ਹਾਂ ਆਉਣ ਜਾਣ ਵਿੱਚ ਪਏ ਰਹਿੰਦੇ ਹੈ। ਸਿਵ ਸ਼ਕਤੀ ਵਿੱਚ ਗਰਭ ਗੁਮਾਣੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਹੜੀ ਸ਼ਿਵ ਕਲਿਆਣ ਸਰੂਪ ਪਰਮਾਤਮਾ ਦੀ ਜਿਹੜੀ ਮਾਇਆ ਨਾ, ਜਿਹੜੇ ਮਾਇਆ ਵਿੱਚ ਫਸੇ, ਹੰਕਾਰ ਨੇ, ਗੁਮਾਨ ਨੇ ਉਹਨਾਂ ਨੂੰ ਨਾਸ਼ ਕਰ ਦਿੱਤਾ। ਭਾਈ ਗੁਰਦਾਸ ਸਾਹਿਬ ਜੀ ਨੇ ਇਹ ਕਥਾਵਾਂ ਦੱਸ ਕੇ ਸਾਨੂੰ ਸਿਧਾਂਤ ਇਹ ਦੱਸਿਆ ਵੀ ਤੁਸੀਂ ਹਉਮੈ ਵਿੱਚ ਨਾ ਫਸਿਓ। ਇਹ ਭਾਵੇਂ ਆਪਣੇ ਆਪ ਨੂੰ ਵੱਡੇ ਕਹਾਉਂਦੇ ਰਹੇ, ਪਰ ਇਹਨਾਂ ਵਿੱਚ ਗੁਣ ਨਹੀਂ ਸੀ, ਸਹਿਨਸ਼ੀਲਤਾ ਨਹੀਂ ਸੀ, ਧੀਰਜ ਨਹੀਂ ਸੀ। ਛੋਟੀਆਂ ਛੋਟੀਆਂ ਗੱਲਾਂ ਤੋਂ ਗੁੱਸੇ ਹੋ ਜਾਣਾ, ਸਰਾਪ ਦੇ ਦੇਣਾ, ਚੁਗਲੀ ਇੱਕ ਦੂਜੇ ਦੀ ਕਰਨੀ, ਇੱਧਰ ਦੀਆਂ ਉੱਧਰ, ਉੱਧਰ ਦੀਆਂ ਇੱਧਰ। ਸੋ ਦੋਸ਼ਾਂ ਦੇ ਭਰੇ ਹੋਏ। ਸੋ ਏਡੇ ਉੱਚੇ ਕਹਾਉਣ ਵਾਲੇ ਮਾਇਆ ਵਿੱਚ ਆ ਕੇ ਸੁਖੀ ਨਾ ਹੋਏ ਤਾਂ ਫਿਰ ਹੋਰ ਕਿਹਨੇ ਹੋਣਾ ਸੀ। ਸੋ ਇਹਨਾਂ ਲੋਕਾਂ ਦੇ ਸਿਮਰਨ ਨੂੰ ਛੱਡ ਕਰਕੇ ਇੱਕ ਵਾਰੀ ਗੁਰੂ ਦੀ ਓਟ ਲਵੋ, ਸਤਿਗੁਰੂ ਦਾ ਆਸਰਾ ਲਵੋ, ਅਤੇ ਹਉਮੈ ਛੱਡ ਕੇ ਸਤ ਸੰਗਤ ਕਰੋ। ਫਿਰ ਜੀਵਨ ਵਿੱਚ ਗੁਣ ਆ ਜਾਂਦੇ ਹੈ ਅਤੇ ਗੁਰੂ ਦੀ ਮਿਹਰ ਦੀ ਦ੍ਰਿਸ਼ਟੀ ਹੋ ਜਾਂਦੀ ਹੈ। ਸੋ ਭਾਈ ਗੁਰਦਾਸ ਜੀ ਗੁਰਮੁਖਾਂ ਦੀ ਉੱਤਮਤਾ ਦੱਸਦੇ ਹੈ ਵੀ ਗੁਰਮੁਖ ਜਿਹੜੇ ਆ ਉਹ ਸਭ ਤੋਂ ਉੱਚੇ ਜੀਵਨ ਵਾਲੇ ਹੈ। ਹੁਣ ਇਸ ਤੋਂ ਅੱਗੇ 12ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਜਿਹੜੇ ਜਤੀ ਸਤੀ ਤਪੀ ਲੋਕ, ਉਹਨਾਂ ਦਾ ਜ਼ਿਕਰ ਕਰਕੇ ਸਾਨੂੰ ਦੱਸਦੇ ਹੈ ਕਿ ਗੁਰਮੁਖ ਉਹਨਾਂ ਜਤੀਆਂ ਤਪੀਆਂ ਸਤੀਆਂ ਤੋਂ ਵੀ ਉੱਚੇ ਜੀਵਨ ਵਾਲੇ ਹੈ। ਜਤੀ ਸਤੀ ਸੰਤੋਖੀਆ, ਜਾਤ ਸਤ ਜੁਗਤ ਸੰਤੋਖ ਨਾ ਜਾਤੀ। ਭਾਈ ਗੁਰਦਾਸ ਜੀ ਕਹਿੰਦੇ ਜਿਹੜੇ ਦੁਨੀਆ ਵਿੱਚ ਪ੍ਰਸਿੱਧ ਜਤੀ ਤਪੀ ਅਤੇ ਸੰਤੋਖੀ ਹਨ, ਜਤੀਆਂ ਨੇ ਜਤ ਦੀ ਜੁਗਤੀ ਨਹੀਂ ਜਾਣੀ, ਸਤੀਆਂ ਨੇ ਸਤ ਦੀ ਜੁਗਤੀ ਨਹੀਂ ਜਾਣੀ, ਅਤੇ ਸੰਤੋਖੀਆਂ ਨੇ ਸੰਤੋਖ ਦੀ ਜੁਗਤੀ ਨਹੀਂ ਜਾਣੀ। ਆਪਣੇ ਆਪ ਨੂੰ ਕਹਾਉਂਦੇ ਜ਼ਰੂਰ ਰਹੇ ਅਸੀਂ ਜਤੀ ਹਾਂ, ਅਸੀਂ ਸਤੀ ਹਾਂ, ਅਸੀਂ ਸੰਤੋਖੀ ਹਾਂ, ਪਰ ਨਾ ਤਾਂ ਜਤ ਦੀ ਜੁਗਤ ਜਾਣੀ ਵੀ ਜਤ ਕਹਿੰਦੇ ਕਿਹਨੂੰ ਹੈ। ਸਤਿਗੁਰੂ ਦੇ ਸਿੱਖ ਤਾਂ ਗੁਰ ਮਰਿਆਦਾ ਅਨੁਸਾਰ ਜੀਵਨ ਜਿਉਣ ਵਾਲੇ ਜਤੀ ਨੇ।
ਭਾਈ ਗੁਰਦਾਸ ਦਾ ਬਚਨ, ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਵਖਾਣੇ। ਐਸੇ ਜੀਵਨ ਵਾਲਾ ਸਿੱਖ ਉਹ ਜਤੀ ਹੈ। ਸੋ ਇਸੇ ਤਰ੍ਹਾਂ ਸਤ ਦਾ ਧਾਰਨੀ ਸਤਵਾਦੀ ਹੈ, ਜਿਹਦੇ ਜੀਵਨ ਵਿੱਚ ਸੰਤੋਖ ਹੈ। ਨਾਮ ਜਪਦਿਆਂ ਜਪਦਿਆਂ ਤ੍ਰਿਸ਼ਨਾ ਬੁਝ ਗਈ, ਸੰਤੋਖ ਦਾ ਗੁਣ ਆ ਗਿਆ। ਸੰਤੋਖੀ ਹੈ, ਜੋ ਪਰਮਾਤਮਾ ਨੇ ਦਿੱਤਾ ਉਹਦਾ ਸ਼ੁਕਰਾਨਾ ਕਰਦਾ, ਦਾਤਾ ਬਹੁਤ ਕੁਝ ਦਿੱਤਾ ਹੈ। ਅਤੇ ਜਿਹੜੇ ਤ੍ਰਿਸ਼ਨਾਲੂ ਨੇ, ਮਹਾਰਾਜ ਕਹਿੰਦੇ ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾਂ ਪੁਰੀਆਂ ਭਾਰ, ਉਹਨਾਂ ਦੀ ਭੁੱਖ ਤਾਂ ਕਦੇ ਦੂਰ ਹੋਣੀ ਨਹੀਂ। ਸੋ ਇਹ ਜਿਹੜੇ ਜਤੀ ਸਤੀ ਸੰਤੋਖੀ ਸੀ ਨਾ, ਇਹਨਾਂ ਜਤ ਸਤ ਅਤੇ ਸੰਤੋਖ ਦੀ ਜੁਗਤੀ ਨਹੀਂ ਜਾਣੀ। ਸਿੱਧ ਨਾਥ ਬਹੁ ਪੰਥ ਕਰ, ਹਉਮੈ ਵਿੱਚ ਕਰਨ ਕਰਮਾਤੀ। ਸਿੱਧ ਲੋਕ ਨਾਥ ਲੋਕ, ਸਿੱਧਾ ਨਾਥਾਂ ਨੇ ਵੀ ਬਹੁਤੇ ਪੰਥ ਬਹੁਤੇ ਧਰਮ ਬਣਾ ਦਿੱਤੇ, ਵੱਖ ਵੱਖ ਫਿਰਕੇ ਚਲਾ ਲਏ। ਔਰ ਇਸੇ ਤਰ੍ਹਾਂ ਹੰਕਾਰ ਦੇ ਵਿੱਚ ਇਹ ਕਰਾਮਾਤਾਂ ਦੱਸਣ ਲੱਗੇ। ਹਉਮੈ ਵਿੱਚ ਕਰਨ ਕਰਮਾਤੀ, ਕਰਾਮਾਤਾਂ ਕਰਦੇ, ਹੰਕਾਰ ਕਰਦੇ, ਲੋਕਾਂ ਨੂੰ ਡਰਾਉਂਦੇ, ਅਸੀਂ ਇਸ ਤਰ੍ਹਾਂ ਕਰ ਦੇਵਾਂਗੇ, ਅੱਗ ਦੇ ਨਾਲ ਤਬਾਹ ਕਰ ਦਿਆਂਗੇ। ਹੰਕਾਰ ਕਰਦੇ ਸੀ, ਅਸੀਂ ਹਵਾ ਵਿੱਚ ਉੱਡ ਜਾਂਦੇ ਹਾਂ। ਸੋ ਇਹ ਸਿੱਧ ਨਾਥ ਜਿਹੜੇ ਸੀ ਨਾ, ਇਹ ਵੀ ਹਉਮੈ ਦੇ ਵਿੱਚ ਹੀ ਰਹੇ। ਚਾਰ ਵਰਨ ਸੰਸਾਰ ਵਿੱਚ, ਖਹਿ ਖਹਿ ਮਰਦੇ ਭਰਮ ਭਰਾਤੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਸੰਸਾਰ ਵਿੱਚ ਜਿਹੜੇ ਚਾਰ ਵਰਣ ਨੇ, ਖੱਤਰੀ ਬ੍ਰਾਹਮਣ ਵੈਸ਼ ਅਤੇ ਸ਼ੂਦਰ, ਇਹ ਭਰਮ ਭ੍ਰਾਂਤੀ ਦੇ ਵਿੱਚ ਪਏ ਹੋਏ ਖਹਿ ਖਹਿ ਕੇ ਮਰਦੇ ਰਹੇ। ਇੱਕ ਦੂਜੇ ਨਾਲ ਈਰਖਾ ਕਰਦੇ ਰਹੇ। ਬ੍ਰਾਹਮਣ ਖੱਤਰੀਆਂ ਨਾਲ ਈਰਖਾ ਕਰਦੇ ਰਹੇ, ਖੱਤਰੀ ਬ੍ਰਾਹਮਣਾਂ ਨਾਲ, ਵੈਸ਼ਾਂ ਨਾਲ। ਸੋ ਇਸ ਤਰ੍ਹਾਂ ਨਾ ਇੱਕ ਦੂਜੇ ਨਾਲ ਖਹਿ ਖਹਿ ਕੇ ਚਾਰੇ ਵਰਣਾਂ ਦੇ ਲੋਕ ਭਰਮਾਂ ਵਿੱਚ ਭੁੱਲੇ ਹੋਏ ਇਸੇ ਤਰ੍ਹਾਂ ਮਰਦੇ ਰਹੇ। ਛੇ ਦਰਸ਼ਨ ਹੋਏ ਵਰਤਿਆ, ਬਾਰਹਿ ਵਾਟ ਉਚਾਟ ਜਮਾਤੀ। ਅਤੇ 6 ਦਰਸ਼ਨਾਂ ਦੇ ਲੋਕ, 6 ਸ਼ਾਸਤਰਾਂ ਦੇ ਸਿਧਾਂਤ ਨੂੰ ਮੰਨਣ ਵਾਲੇ ਵੱਖ ਵੱਖ, ਉਹ ਵੀ ਸਮੇਂ ਸਮੇਂ ਅਨੁਸਾਰ ਸੰਸਾਰ ਦੇ ਵਿੱਚ ਵਰਤਦੇ ਰਹੇ। 12 ਵਾਟ ਉਚਾਟ ਜਮਾਤੀ, ਅਤੇ ਜਿਹੜੇ ਜੋਗੀ ਸੀ ਉਹਨਾਂ ਨੇ 12 ਪੰਥ ਬਣਾ ਲਏ। ਅਤੇ ਜਿਹੜੀਆਂ ਜਮਾਤਾਂ ਸੀ ਉਹਨਾਂ ਨੂੰ ਉਚਾਟ ਘਰਾਂ ਦੇ ਵਿੱਚੋਂ ਲੈ ਆਉਂਦੇ ਸੀ, ਫਿਰ ਥਾਂ ਥਾਂ 'ਤੇ ਭਰਮਣ ਕਰਾਉਣਾ, ਉਹਨਾਂ ਨੂੰ ਭਟਕਾਉਂਦੇ ਰਹਿਣਾ, ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ। ਸੋ ਜਮਾਤੀਆਂ ਨੂੰ ਇਹ ਉਦਾਸੀ ਬਣਾਉਣ ਲੱਗ ਪਏ। ਘਰੋਂ ਕੱਢ ਕੇ ਪ੍ਰਦੇਸਾਂ ਦੇ ਵਿੱਚ ਇਹ ਭਟਕਾਉਂਦੇ ਰਹੇ ਇਹ ਜਿਹੜੇ ਜੋਗੀ ਸੀ। ਗੁਰਮੁਖ ਵਰਨ ਅਵਰਨ ਹੋਏ, ਰੰਗ ਸੁਰੰਗ ਤੰਬੋਲ ਸੁਹਾਤੀ। ਭਾਈ ਗੁਰਦਾਸ ਜੀ ਇਹਨਾਂ ਦਾ ਜ਼ਿਕਰ ਕਰਕੇ ਹੁਣ ਗੁਰਮੁਖਾਂ ਦਾ ਦੱਸਦੇ ਹੈ। ਕਹਿੰਦੇ ਗੁਰਮੁਖ ਵਰਨ ਹੋਵੇ ਭਾਵੇਂ ਅਵਰਨ ਹੋਵੇ, ਮਤਲਬ ਸੰਸਾਰ ਵਿੱਚ ਕਈਆਂ, ਬ੍ਰਾਹਮਣ ਜਿਹੜਾ ਕਹਿੰਦਾ ਸੀ ਮੈਂ ਸਭ ਤੋਂ ਉੱਤਮ ਹਾਂ, ਅਤੇ ਸ਼ੂਦਰ ਨੂੰ ਸਭ ਤੋਂ ਨੀਵਾਂ ਗਿਣਿਆ ਜਾਂਦਾ ਸੀ। ਗੁਰਮੁਖ ਜਿਹੜਾ ਹੈ ਸੰਸਾਰ ਵਿੱਚ ਗਿਣੇ ਜਾਣ ਵਾਲੇ ਇਹ ਵਰਨ ਵੰਡ, ਭਾਵੇਂ ਉੱਤਮ ਵਿੱਚੋਂ ਅਤੇ ਭਾਵੇਂ ਨੀਚ ਵਿੱਚੋਂ, ਜਿਹ 'ਚੋਂ ਮਰਜ਼ੀ ਹੋਵੇ, ਵਰਨ ਅਵਰਨ ਜਿਹੜੇ 'ਚੋਂ ਮਰਜ਼ੀ ਹੋਵੇ ਗੁਰਮੁਖ। ਰੰਗ ਸੁਰੰਗ ਤੰਬੋਲ ਸੁਹਾਤੀ, ਗੁਰਮੁਖ ਦੇ ਅੰਦਰ ਰੰਗਾਂ ਦੇ ਵਿੱਚੋਂ ਸ੍ਰੇਸ਼ਟ ਰੰਗ ਕਿਹੜਾ? ਪਰਮੇਸ਼ਰ ਦੇ ਪਿਆਰ ਦਾ ਰੰਗ, ਉਹਦੇ ਨਾਲ ਉਹ ਸੋਭਾ ਪਾਉਂਦਾ ਹੈ। ਕਿਵੇਂ? ਤੰਬੋਲ ਸੁਹਾਤੀ। ਭਾਈ ਗੁਰਦਾਸ ਜੀ ਕਹਿੰਦੇ ਜਿਵੇਂ ਤੰਬੋਲ ਹੁੰਦਾ ਨਾ ਪਾਨਾਂ ਦੇ ਬੀੜੇ, ਅਤੇ ਉਹ ਰੰਗਾਂ ਵਿੱਚੋਂ ਗੂੜ੍ਹੇ ਲਾਲ ਰੰਗ ਵਾਲਾ ਹੁੰਦਾ ਹੈ, ਉਹਦੇ ਵਿੱਚ ਕੱਥ ਸੁਪਾਰੀ ਚੂਨਾ ਅਤੇ ਪਾਨ ਮਿਲਣ ਕਰਕੇ ਇੱਕ ਲਾਲ ਰੰਗ ਹੋ ਜਾਂਦਾ ਹੈ। ਇਸੇ ਤਰ੍ਹਾਂ ਜਿਹੜੇ ਗੁਰਮੁਖ ਹਨ ਉਹ ਜਿਹਦੇ 'ਚੋਂ ਮਰਜ਼ੀ ਹੋਣ, ਖੱਤਰੀ ਬ੍ਰਾਹਮਣ ਸ਼ੂਦ ਵੈਸ਼, ਉਹਨਾਂ ਦੇ ਅੰਦਰ ਗੁਰੂ ਦੇ ਪ੍ਰੇਮ ਦਾ ਰੰਗ ਹੁੰਦਾ ਹੈ। ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵਡ ਭਾਗਾ, ਮੈਲਾ ਕਦੇ ਨਾ ਹੋਵਈ ਨਹਿ ਲਾਗੈ ਦਾਗਾ। ਉਹਨਾਂ ਦੇ ਅੰਦਰ ਗੁਰੂ ਦਾ ਪ੍ਰੇਮ ਹੈ, ਪਰਮੇਸ਼ਰ ਦਾ ਪਿਆਰ ਸਮੋਇਆ ਹੋਇਆ ਹੈ। ਸਾਹਿਬ ਦਾ ਬਚਨ ਅਸੀਂ ਪੜ੍ਹਦੇ ਹਾਂ, ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ, ਸੋ ਕਹੀਅਤ ਹੈ ਸੂਰਾ, ਆਤਮ ਜਿਣੈ ਸਗਲ ਵਸ ਤਾਕੈ, ਜਾ ਕਾ ਸਤਿਗੁਰ ਪੂਰਾ। ਠਾਕੁਰ ਗਾਈਐ ਆਤਮ ਰੰਗ,
ਸ਼ਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ। ਜਨ ਕੇ ਚਰਨ ਵਸਹਿ ਮਿਰਹੀ ਅਰੈ ਸੰਗ ਪੁਨੀਤਾ ਦੇਹੀ। ਜਨ ਕੀ ਧੂਰ ਦੇਹੋ ਕਿਰਪਾ ਨਿਧ ਨਾਨਕ ਕੈ ਸੁਖ ਇਹੀ। ਸੋ ਇਸ ਤਰ੍ਹਾਂ ਦਾ ਗੁਰਮੁਖਾਂ ਦਾ ਜੀਵਨ ਹੈ, ਉਹਨਾਂ ਦੇ ਅੰਦਰ ਪ੍ਰੇਮ ਦਾ ਰੰਗ ਹੁੰਦਾ। ਅਤੇ ਬਾਕੀ ਜਿਹੜੇ ਭਾਈ ਗੁਰਦਾਸ ਜੀ ਨੇ ਗਿਣੇ ਨੇ, ਜਤੀ ਸਤੀ ਸੰਤੋਖੀ ਸਿੱਧ ਨਾਥ, ਚਾਰ ਵਰਨ ਛੇ ਦਰਸ਼ਨਾਂ ਦੇ ਲੋਕ, 12 ਪੰਥ ਜੋਗੀਆਂ ਦੇ, ਇਹ ਈਰਖਾ ਕਰਦੇ ਰਹੇ ਇੱਕ ਦੂਜੇ ਨਾਲ, ਖਹਿ ਖਹਿ ਕੇ ਮਰਦੇ ਰਹੇ, ਉੱਚੇ ਨੀਵੇਂ ਇਹਨਾਂ ਗੱਲਾਂ 'ਚ ਹੀ ਪਏ ਰਹੇ ਵੀ ਮੈਂ ਉੱਚਾ ਫਲਾਣਾ ਨੀਚ ਹੈ। ਸੋ ਪਰ ਜਿਹੜੇ ਗੁਰਮੁਖ ਨੇ ਉਹ ਪ੍ਰੇਮ ਰੰਗ ਦੇ ਵਿੱਚ ਰੰਗੇ ਰਹਿੰਦੇ ਹੈ। ਛੇ ਰੁੱਤ 12 ਮਾਹ ਵਿੱਚ ਗੁਰਮੁਖ ਦਰਸ਼ਨ ਸੁਝ ਸੁਝਾਤੀ। ਸੁਝ ਕਹਿੰਦੇ ਸੂਰਜ ਨੂੰ। ਭਾਈ ਗੁਰਦਾਸ ਜੀ ਕਹਿੰਦੇ ਜਿਵੇਂ 6 ਰੁੱਤਾਂ ਅਤੇ 12 ਮਹੀਨਿਆਂ ਦੇ ਵਿੱਚ ਇੱਕੋ ਹੀ ਸੂਰਜ ਪ੍ਰਕਾਸ਼ ਕਰਦਾ, ਉਹ ਪ੍ਰਕਾਸ਼ਮਾਨ ਹੈ। ਕਹਿੰਦੇ ਇਸੇ ਤਰ੍ਹਾਂ ਜਿਹੜੇ ਗੁਰਮੁਖ ਪਿਆਰੇ ਹਨ, ਉਹਨਾਂ ਦਾ ਦਰਸ਼ਨ, ਉਹਨਾਂ ਦਾ ਜਿਹੜਾ ਮਤ ਹੈ, ਗੁਰਮੁਖਾਂ ਦਾ ਜਿਹੜਾ ਸਿਧਾਂਤ ਹੈ, ਉਹ ਸਦਾ ਹੀ ਸੂਰਜ ਵਾਂਗ ਪ੍ਰਕਾਸ਼ਣ ਵਾਲਾ ਹੈ। ਆਪ ਤਾਂ ਉਹ ਗੁਰੂ ਪਾਸੋਂ ਸੂਝ ਬੂਝ ਲੈ ਕੇ ਚੱਲਦੇ ਹੈ ਅਤੇ ਹੋਰਾਂ ਨੂੰ ਵੀ ਰਾਹ ਵਿਖਾਉਂਦੇ ਹੈ, ਚਾਨਣ ਵਿਖਾਉਂਦੇ ਹੈ ਵੀ ਹਨੇਰੇ ਵਿੱਚ ਨਾ ਭਟਕੋ, ਸ਼ਬਦ ਦਾ ਦੀਵਾ ਫੜ ਕੇ ਜੀਵਨ ਮਾਰਗ 'ਤੇ ਚੱਲੋ, ਹਨੇਰੇ ਨੂੰ ਦੂਰ ਕਰਕੇ ਚੱਲੋ ਅਤੇ ਮੰਜ਼ਿਲ ਤੁਹਾਨੂੰ ਸੌਖਿਆਂ ਮਿਲ ਜਾਵੇਗੀ। ਇਸ ਤਰ੍ਹਾਂ ਗੁਰਮੁਖ, ਉਹਨਾਂ ਦਾ ਦਰਸ਼ਨ ਤੋਂ ਭਾਵ ਮਤ ਚਾਨਣ ਵਾਲਾ, ਪ੍ਰਕਾਸ਼ ਵਾਲਾ, ਗਿਆਨ ਵਾਲਾ ਹੈ। ਗੁਰਮੁਖ ਸੁਖ ਫਲ ਪਿਰਮ ਪਰਾਤੀ। ਗੁਰਮੁਖਾਂ ਨੇ ਸੁਖ ਫਲ ਰੂਪੀ ਪਰਮਾਤਮਾ ਦੀ ਪ੍ਰੀਤੀ ਨੂੰ ਜਾਣਿਆ ਹੈ। ਪਿਰਮ ਪਰਾਤੀ, ਜੋ ਪਿਆਰੇ ਦਾ ਪ੍ਰੇਮ ਹੈ ਨਾ, ਗੁਰਮੁਖ ਉਸੇ ਨੂੰ ਸੁਖ ਫਲ ਸਮਝਦੇ ਹੈ ਕਿ ਵਾਹਿਗੁਰੂ ਦਾ ਪ੍ਰੇਮ ਜੋ ਸਾਡੇ ਹਿਰਦੇ ਵਿੱਚ ਹੈ, ਸਾਰੇ ਸੁੱਖ ਇਹਦੇ ਵਿੱਚ ਹੀ ਹਨ। ਸੋ ਇਸ ਤਰ੍ਹਾਂ ਗੁਰਮੁਖਾਂ ਦਾ ਜਿਹੜਾ ਜੀਵਨ ਹੈ ਉਹ ਸਾਰਿਆਂ ਤੋਂ ਉੱਚਾ ਹੈ। ਜਿਨ ਜਾਤਾ ਸੋ ਤਿਸ ਹੀ ਜੇਹਾ, ਅਤ ਨਿਰਮਾਇਲ ਸੀ ਜਸ ਦੇਹਾ। ਜਿਹਨੇ ਜਾਣ ਲਿਆ ਉਹਦੇ ਵਰਗਾ, ਪਰਮੇਸ਼ਰ ਵਰਗਾ ਹੋ ਜਾਂਦਾ ਹੈ, ਉਹ ਆਪਣੇ ਜੀਵਨ ਨੂੰ ਸਫਲ ਬਣਾ ਲੈਂਦਾ ਹੈ। ਇਸ ਲਈ ਗੁਰਮੁਖ ਇਹ ਜਿਹੜੇ ਕਹਾਉਂਦੇ ਆ ਨਾ, ਜਤੀ ਸਤੀ ਸੰਤੋਖੀ ਸਿੱਧ ਨਾਥ ਜੋਗੀ, 6 ਦਰਸ਼ਨਾਂ ਵਾਲੇ, ਗੁਰਮੁਖ ਸਭ ਤੋਂ ਉੱਤਮ ਹਨ। ਇਸ ਤੋਂ ਅੱਗੇ 13ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਹੁਣ ਦੱਸਦੇ ਹੈ ਜਿਹੜੇ ਗੁਰਮੁਖ ਹਨ ਉਹ ਇਸ ਧਰਤੀ 'ਤੇ, ਇਹ ਧਰਤੀ ਧਰਮਸ਼ਾਲ ਹੈ, ਇੱਥੇ ਧਰਮ ਦੀ ਕਮਾਈ ਕਰਦੇ ਹੈ, ਧਰਮ ਕਮਾਉਂਦੇ ਹੈ। ਪੰਚ ਤਤ ਪਰਵਾਨ ਕਰ, ਧਰਮਸਾਲ ਧਰਤੀ ਮਨ ਭਾਣੀ। ਪਰਮਾਤਮਾ ਨੇ 5 ਤੱਤ ਜਿਹੜੇ ਆ ਉਹ ਪੈਦਾ ਕੀਤੇ ਹੈ। ਪਾਣੀ, ਇਸੇ ਤਰ੍ਹਾਂ ਅਗਨੀ, ਹਵਾ, ਇਹ ਧਰਤੀ, ਮਿੱਟੀ ਜਿਹੜੀ ਹੈ, ਔਰ ਆਕਾਸ਼। ਵਾਹਿਗੁਰੂ ਨੇ ਇਹਨਾਂ 5 ਤੱਤਾਂ ਨੂੰ ਪ੍ਰਵਾਨ ਕਰਕੇ, ਭਾਵ ਇਹਨਾਂ ਦਾ ਵਜ਼ਨ ਕਰਕੇ, ਇਹਨਾਂ ਦਾ ਤੋਲ ਕਰਕੇ, ਅਤੇ ਇਹਨਾਂ 5 ਤੱਤਾਂ ਦੇ ਵਿੱਚੋਂ ਜਿਹੜੀ ਧਰਤੀ ਹੈ ਨਾ, ਇਹ ਧਰਮਸ਼ਾਲ, ਇਹ ਧਰਮ ਦੀ ਸ਼ਾਲ, ਮਤਲਬ ਧਰਮ ਦਾ ਘਰ, ਧਰਮ ਕਮਾਉਣ ਦੀ ਜਗ੍ਹਾ, ਧਰਮ ਕਮਾਉਣ ਦਾ ਥਾਂ ਇਸ ਧਰਤੀ ਨੂੰ ਪਰਮਾਤਮਾ ਨੇ ਬਣਾਇਆ ਹੈ। ਅਤੇ ਅਕਾਲ ਪੁਰਖ ਪਰਮਾਤਮਾ ਦੇ ਮਨ ਦੇ ਵਿੱਚ ਭਾਣੀ ਬਹੁਤ ਹੀ ਚੰਗੀ ਲੱਗਦੀ ਹੈ, ਕਿਉਂਕਿ ਇੱਥੇ ਜਿਵੇਂ ਦਾ ਕੋਈ ਬੀਜ ਬੀਜਦਾ ਹੈ ਉਵੇਂ ਦਾ ਫਲੀ ਭੂਤ ਹੋ ਜਾਂਦਾ, ਉਹੋ ਜਿਹਾ ਫਲ ਮਿਲ ਜਾਂਦਾ ਹੈ। ਅਸੀਂ ਰੋਜ਼ ਪੜ੍ਹਦੇ ਹਾਂ, ਅਤੇ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਪਰਮਾਤਮਾ ਨੇ ਧਰਤੀ ਜਿਹੜੀ ਹੈ ਨਾ, ਇਹ ਧਰਮਸ਼ਾਲਾ ਬਣਾਈ ਹੈ, ਇਹ ਧਰਮ ਕਮਾਉਣ ਦੀ ਜਗ੍ਹਾ ਹੈ। ਸੰਸਾਰ ਵਿੱਚ ਆ ਕੇ ਬੰਦੇ ਨੇ ਵਾਹਿਗੁਰੂ ਦਾ ਸਿਮਰਨ ਕਰਨਾ, ਗੁਣਾਂ ਦੇ ਧਾਰਨੀ ਬਣਨਾ, ਸੋ ਇਹ ਧਰਮ ਕਮਾਉਣਾ। ਪਰਮਾਤਮਾ ਨੂੰ ਇਹੀ ਚੰਗਾ ਲੱਗਦਾ ਵੀ ਮਨੁੱਖ ਧਰਤੀ 'ਤੇ ਆ ਕੇ ਧਰਮ ਦੀ ਕਮਾਈ ਕਰੇ। ਪਾਣੀ ਅੰਦਰ ਧਰਤ ਧਰ, ਧਰਤੀ ਅੰਦਰ ਧਰਿਆ ਪਾਣੀ। ਵਾਹਿਗੁਰੂ ਨੇ ਪਾਣੀ ਅੰਦਰ ਧਰਤ ਧਰ, ਪਾਣੀ ਦੇ ਵਿੱਚ ਇਸ ਧਰਤੀ ਨੂੰ ਟਿਕਾਇਆ ਹੈ। ਅਤੇ ਫਿਰ ਧਰਤੀ ਅੰਦਰ ਧਰਿਆ ਪਾਣੀ, ਧਰਤੀ ਦੇ ਵਿੱਚ ਵੀ ਪਾਣੀ ਧਰਿਆ, ਧਰਤੀ ਦੇ ਹੇਠਾਂ ਪਤਾਲ ਥੱਲੇ, ਥੱਲੇ ਵੀ ਪਾਣੀ ਹੈ, ਉੱਤੇ ਆਕਾਸ਼ ਦੇ ਵਿੱਚ ਵੀ ਬੱਦਲ ਆਉਂਦੇ ਹੈ ਚੜ੍ਹ ਕੇ, ਉੱਤੇ ਵੀ ਪਾਣੀ ਹੈ। ਧਰਤੀ ਦੇ ਵਿੱਚ ਵੀ ਨਦੀਆਂ, ਦਰਿਆ, ਛਾਂਭ ਇਤਿਆਦਿਕ ਵਗਦੇ ਹੈ।
ਆਲੇ ਦੁਆਲੇ ਇਹਦੇ ਸਮੁੰਦਰ ਹੈ। ਸੋ ਪਰਮਾਤਮਾ ਨੇ ਪਾਣੀ ਦੇ ਵਿੱਚ ਇਸ ਧਰਤੀ ਨੂੰ ਟਿਕਾਇਆ ਹੋਇਆ ਹੈ। ਚਾਰੇ ਪਾਸੇ ਇਹਦੇ ਪਾਣੀ ਹੈ। ਸਿਰ ਤਲਵਾਏ ਰੁੱਖ ਹੋਏ, ਨਿਹਚਲ ਚਿਤ ਨਿਵਾਸ ਬਿਬਾਣੀ। ਭਾਈ ਗੁਰਦਾਸ ਜੀ ਕਹਿੰਦੇ ਇਸ ਧਰਤੀ ਦੇ ਵਿੱਚ ਜਿਹੜੇ ਦਰਖਤ ਹਨ, ਇਹ ਦਰਖਤ ਸਿਰ ਤਲਵਾਏ, ਮਤਲਬ ਸਿਰ ਹੇਠਾਂ ਨੂੰ ਕਰਕੇ ਦਰਖਤ ਜਿਹੜੇ ਹੈ ਇਹ ਉਲਟੇ ਜੰਮ ਕੇ ਉਜਾੜਾਂ ਦੇ ਵਿੱਚ, ਜੰਗਲਾਂ ਦੇ ਵਿੱਚ ਨਿਹਚਲ ਚਿੱਤ ਹੋ ਕੇ ਨਿਵਾਸ ਰੱਖਦੇ ਹੈ। ਇਹਨਾਂ ਨੂੰ ਇਹ ਕਿਸੇ ਹੋਰ ਦੀ ਸਹਾਇਤਾ ਨਹੀਂ ਚਾਹੁੰਦੇ। ਇਹਨਾਂ ਦੀਆਂ ਜਿਹੜੀਆਂ ਨਾ ਉਹ ਧਰਤੀ ਦੇ ਵਿੱਚ ਹੁੰਦੀਆਂ ਨੇ, ਧਰਤੀ ਦੇ ਵਿੱਚ ਉੱਗਦੇ ਨੇ, ਕਿੰਨੇ ਜੰਗਲ ਹਨ, ਸਿਰ ਹੇਠਾਂ ਨੂੰ ਹੈ ਇਹਨਾਂ ਦਾ। ਸੋ ਅਡੋਲ ਇਹ ਜਿਹੜੇ ਦਰਖਤ ਹਨ ਉਹ ਟਿਕੇ ਰਹਿੰਦੇ ਹੈ। ਅਤੇ ਫਿਰ ਇਹ ਦਰਖਤ ਵੇਖੋ ਪਰਉਪਕਾਰ ਕਿੰਨਾ ਕਰਦੇ ਹੈ। ਪਰਉਪਕਾਰੀ ਸੁਫਲ ਫਲ, ਵਟ ਵਗਾਏ ਸਿਰਠ ਵਰਸਾਣੀ। ਭਾਈ ਗੁਰਦਾਸ ਜੀ ਕਹਿੰਦੇ ਇਸ ਧਰਤੀ ਧਰਮਸ਼ਾਲ ਦੇ ਵਿੱਚ ਜਿਹੜੇ ਰੁੱਖ ਹਨ ਉਹ ਪਰਉਪਕਾਰੀ ਹਨ, ਸੁਫਲ ਫਲ, ਸ੍ਰੇਸ਼ਟ ਫਲਾਂ ਦੇ ਸਹਿਤ ਫਲਦੇ ਹੈ। ਵਟ ਵਗਾਏ ਸਿਰਠ ਵਰਸਾਣੀ। ਜੇ ਕੋਈ ਵੱਟਾ ਵਗਾ ਕੇ ਮਾਰਦਾ ਨਾ, ਕੋਈ ਇੱਟ ਪੱਥਰ ਮਾਰਦਾ ਹੈ, ਸ੍ਰਿਸ਼ਟੀ ਦੇ ਲੋਕਾਂ ਨੂੰ ਇਹ ਵਰਸਾਉਂਦੇ ਹੈ, ਭਾਵ ਉਹਨਾਂ ਨੂੰ ਫਲ ਦਿੰਦੇ ਹੈ। ਕੋਈ ਯਾਰੇ ਨਾਲ ਰੁੱਖ ਵੱਢਣ, ਦਰਖਤ ਵੱਢਣ ਆ ਜਾਏ ਤਾਂ ਵੀ ਉਹਦੇ 'ਤੇ ਪਰਉਪਕਾਰ ਹੀ ਕਰਦੇ ਆ, ਉਹਦੀ ਲੱਕੜ ਕਿੰਨਾ ਕੰਮ ਆਉਂਦੀ ਹੈ। ਸੋ ਇਸ ਲਈ ਇਹ ਜਿਹੜਾ ਦਰਖਤ ਹੈ, ਭਾਈ ਗੁਰਦਾਸ ਜੀ ਕਹਿੰਦੇ ਪਰਉਪਕਾਰੀ ਹੈ। ਇਹ ਪਰਉਪਕਾਰ ਕਰਦਾ। ਇਸ ਧਰਤੀ ਧਰਮਸ਼ਾਲ ਵਿੱਚ ਦਰਖਤ ਪਰਉਪਕਾਰੀ ਹਨ, ਗੁਰਮੁਖ ਵੀ ਪਰਉਪਕਾਰੀ ਹਨ। ਸੋ ਇਹ ਤਾਂ ਦਰਵੇਸ਼ ਹੈ। ਸਮੇਂ ਦੇ ਨਾਲ ਸਾਨੂੰ ਚੱਲਣਾ ਪੈਂਦਾ ਹੈ। ਅੱਜ ਦੇ ਸਮੇਂ ਜਿੰਨੀ ਹਵਾ ਦੂਸ਼ਿਤ ਹੋ ਗਈ, ਪਾਣੀ ਦੂਸ਼ਿਤ ਹੋ ਗਿਆ, ਮਨੁੱਖ ਨੂੰ ਇਸ ਪਾਸੇ ਆਉਣਾ ਪਵੇਗਾ ਵੀ ਰੱਬ ਦੀਆਂ ਦਿੱਤੀਆਂ ਹੋਈਆਂ ਇਹਨਾਂ ਦਾਤਾਂ ਨੂੰ ਅਸੀਂ ਸਾਂਭ ਕੇ ਰੱਖੀਏ। ਦਰਿਆ ਜਿਹੜੇ ਉਹਨਾਂ ਦਾ ਪਾਣੀ ਜ਼ਹਿਰ ਬਣਾ ਦਿੱਤਾ। ਅੱਜ ਦੁਨੀਆ ਵਿੱਚ ਰੌਲਾ ਪਿਆ ਹੋਇਆ ਕਿ ਉਹ 5 ਦਰਿਆਵਾਂ ਦੀ ਧਰਤੀ ਜਿੱਥੇ ਅੰਮ੍ਰਿਤ ਇਹ ਦਰਿਆਵਾਂ ਦੇ ਵਿੱਚ ਵਗਦਾ ਸੀ, ਅੱਜ ਉਹਨਾਂ ਦਰਿਆਵਾਂ ਦੇ ਵਿੱਚ ਜ਼ਹਿਰ ਵਗਣ ਲੱਗ ਪਿਆ। ਦਰਿਆਵਾਂ ਦੇ ਕੰਢਿਆਂ 'ਤੇ ਹਜ਼ਾਰਾਂ ਫੈਕਟਰੀਆਂ ਬਣਾ ਕੇ ਉਹਨਾਂ ਦਾ ਗੰਦਾ ਕੈਮੀਕਲ ਪਾਣੀ ਉਹਨਾਂ ਦਰਿਆਵਾਂ ਵਿੱਚ ਭੇਜਿਆ ਜਾਂਦਾ। ਉਹ ਪਾਣੀ ਦਰਿਆਵਾਂ ਦਾ ਲੋਕਾਂ ਨੇ ਪੀਣਾ ਵੀ ਹੁੰਦਾ ਹੈ। ਕੈਂਸਰ ਇਤਿਆਦਿਕ ਦੇ ਭਿਆਨਕ ਰੋਗ ਲੱਗਦੇ ਹੈ। ਸੋ ਜੋ ਪਰਮਾਤਮਾ ਨੇ ਦਾਤਾਂ ਦਿੱਤੀਆਂ ਉਹਨੂੰ ਬੰਦਾ ਸਾਂਭਦਾ ਨਹੀਂ, ਗੰਦਲੀਆਂ ਕਰਦਾ ਪਿਆ ਹੈ। ਭਾਈ ਗੁਰਦਾਸ ਜੀ ਕਹਿੰਦੇ ਵੇਖੋ ਰੁੱਖ ਪਰਉਪਕਾਰੀ ਹੈ। ਪਰਉਪਕਾਰ ਕਿੱਡਾ ਵੱਡਾ ਕਰਦਾ। ਜੇ ਰੁੱਖ ਨਾ ਹੋਣ ਤਾਂ ਸਾਹ ਕਿੱਥੋਂ ਲਵਾਂਗੇ ਆਪਾਂ, ਆਕਸੀਜਨ ਕਿੱਥੋਂ ਮਿਲਣੀ ਹੈ? ਇਹ ਰੁੱਖਾਂ ਕਰਕੇ ਹੀ ਹੈ ਨਾ। ਹੋਇਆ ਇਸ ਤਰ੍ਹਾਂ ਵੀ ਅੱਜ ਤੋਂ 50 ਸਾਲ 100 ਸਾਲ ਪਿੱਛੇ ਆਪਾਂ ਜਾਈਏ, ਰੁੱਖ ਜ਼ਿਆਦਾ ਸੀ, ਆਬਾਦੀ ਬਹੁਤ ਘੱਟ ਸੀ, ਕੋਈ ਇੰਨੀਆਂ ਫੈਕਟਰੀਆਂ ਨਹੀਂ ਸੀ, ਧੂਏ ਨਹੀਂ ਸੀ, ਇੰਨੀਆਂ ਮੋਟਰ ਗੱਡੀਆਂ ਨਹੀਂ ਸੀ। ਹੁਣ ਆਬਾਦੀ ਵੀ ਦੂਣੇ ਤੀਣੇ ਤੋਂ ਵੱਧ ਗਈ, ਹਵਾ ਦੂਸ਼ਿਤ ਹੋ ਰਹੀ, ਪਰ ਜਿਹੜੇ ਰੁੱਖ ਸੀ ਉਹ ਘਟ ਗਏ। ਭਾਈ ਗੁਰਦਾਸ ਜੀ ਕਹਿੰਦੇ ਇਹ ਪਰਉਪਕਾਰੀ ਹੈ ਅਤੇ ਇਹਦੇ ਪਰਉਪਕਾਰ ਨੂੰ ਸਮਝ ਜਾਣ। ਅਤੇ ਜਿਹੜਾ ਪਰਉਪਕਾਰ ਕਰਦਾ ਨਾ, ਉਹਦੇ ਪਰਉਪਕਾਰ ਨੂੰ ਚੇਤੇ ਰੱਖਣਾ ਚਾਹੀਦਾ, ਕਦੇ ਬੰਦੇ ਨੂੰ ਭੁਲਾਉਣਾ ਨਹੀਂ ਚਾਹੀਦਾ। ਅਤੇ ਜਿਹੜੇ ਕੀਤੇ ਪਰਉਪਕਾਰ ਨੂੰ ਭੁਲਾ ਦਿੰਦੇ ਆ ਉਹਨਾਂ ਨੂੰ ਅਕਿਰਤ ਕਣ ਕਿਹਾ ਜਾਂਦਾ ਹੈ। ਬੰਦਾ ਅਕਿਰਤ ਕਣ ਬਣਦਾ ਜਾ ਰਿਹਾ ਹੈ। ਸੋ ਰੁੱਖ ਜਿਹੜਾ ਨਾ ਉਹ ਸਹਿਤ ਸ੍ਰੇਸ਼ਟ ਫਲਾਂ ਦੇ ਸਹਿਤ ਫਲਦਾ ਹੈ। ਕੋਈ ਵੱਟਾ ਵਗਾ ਕੇ ਮਾਰੇ ਤਾਂ ਵੀ ਉਹਨੂੰ ਫਲ ਦਿੰਦਾ ਹੈ। ਸ੍ਰਿਸ਼ਟੀ ਦੇ ਲੋਕ ਇਹਨਾਂ ਤੋਂ ਵਰਸਾਏ ਜਾਂਦੇ ਹੈ। ਪਰਉਪਕਾਰੀ ਜੀਵਨ ਹੈ ਰੁੱਖਾਂ ਦਾ। ਚੰਦਨ ਵਾਸ ਵਣਾਸਪਤ, ਚੰਦਨ ਹੋਏ ਵਾਸ ਮਹਿਕਾਣੀ। ਸੋ ਬਨਸਪਤੀ ਦੇ ਵਿੱਚ ਚੰਦਨ ਦੀ ਵਾਸ਼ਨਾ ਸੁਗੰਧੀ ਹੈ। ਚੰਦਨ ਹੋਏ ਵਾਸ ਮਹਿਕਾਣੀ। ਅਤੇ ਜਿਹੜੇ ਚੰਦਨ ਦੇ ਨੇੜੇ ਹੁੰਦੇ ਹੈ
ਉਹਨਾਂ ਵਿੱਚੋਂ ਵੀ ਚੰਦਨ ਵਰਗੀ ਵਾਸ਼ਨਾ ਸੁਗੰਧੀ ਆਉਣ ਲੱਗ ਪੈਂਦੀ ਹੈ। ਚੰਦਨ ਉਹਨਾਂ ਨੂੰ ਵੀ ਮਹਿਕਾ ਦਿੰਦਾ ਹੈ, ਵਾਸ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਮਹਿਕਾ ਦਿੰਦਾ ਹੈ। ਐਸਾ ਗੁਣ ਚੰਦਨ ਦੇ ਵਿੱਚ ਹੈ। ਸ਼ਬਦ ਸੁਰਤ ਲਿਵ ਸਾਧ ਸੰਗ, ਗੁਰਮੁਖ ਸੁਖ ਫਲ ਅੰਮ੍ਰਿਤ ਬਾਣੀ। ਸੋ ਇਹ ਦ੍ਰਿਸ਼ਟਾਂਤ ਦੇ ਕੇ ਭਾਈ ਗੁਰਦਾਸ ਜੀ ਕਹਿੰਦੇ ਜਿਹੜੇ ਗੁਰਮੁਖ ਹਨ, ਗੁਰੂ ਕੇ ਪਿਆਰ ਵਾਲੇ, ਉਹਨਾਂ ਵਿੱਚ ਵੀ ਵੱਡਾ ਧੀਰਜ ਹੈ ਧਰਤੀ ਵਰਗਾ। ਉਹਨਾਂ ਨੇ ਆਪਣੇ ਸਰੀਰ ਨੂੰ ਧਰਮਸ਼ਾਲਾ ਬਣਾਇਆ, ਧਰਮ ਦਾ ਘਰ। ਇਹ ਸਰੀਰ ਧਰਤੀ ਦੇ ਵਿੱਚ ਪ੍ਰਭੂ ਦੇ ਨਾਮ ਦਾ ਬੀਜ ਬੀਜਦੇ, ਉਹ ਬੀਜ ਫਿਰ ਫਲੀਭੂਤ ਹੁੰਦਾ ਹੈ। ਔਰ ਇਸੇ ਤਰ੍ਹਾਂ ਪ੍ਰੇਮ ਦਾ ਜਲ ਹੈ ਗੁਰਮੁਖਾਂ ਦੇ ਆਲੇ ਦੁਆਲੇ ਵੀ, ਹਿਰਦੇ ਦੇ ਵਿੱਚ ਵੀ। ਔਰ ਰੁੱਖ ਵਾਂਗ ਪਰਉਪਕਾਰੀ ਹਨ, ਪਰਉਪਕਾਰ ਕਰਦੇ। ਐਸਾ ਪਰਉਪਕਾਰ ਮੇਰੇ ਸਤਿਗੁਰਾਂ ਨੇ ਸਿਖਾਇਆ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਤਿਲਕ ਜੰਝੂ ਵਾਸਤੇ ਜਾ ਕੇ ਆਪ ਸਤਿਗੁਰੂ ਸ਼ਹਾਦਤ ਦੇ ਦਿੰਦੇ ਹੈ, ਨਾਲ 3 ਸਿੱਖ ਸ਼ਹੀਦ ਹੁੰਦੇ ਹੈ। ਜੇ ਗੁਰੂ ਵਿੱਚ ਪਰਉਪਕਾਰ ਤੇ ਸਿੱਖਾਂ ਵਿੱਚ ਵੀ ਪਰਉਪਕਾਰ ਹੈ। ਸੋ ਰੁੱਖਾਂ ਵਰਗਾ ਪਰਉਪਕਾਰ ਹੈ ਸਿੱਖ ਵਿੱਚ, ਤੇ ਚੰਦਨ ਦੇ ਵਿੱਚ ਜਿਵੇਂ ਸੁਗੰਧੀ ਹੁੰਦੀ ਨਾ, ਇਸੇ ਤਰ੍ਹਾਂ ਗੁਰਮੁਖਾਂ ਦੇ ਵਿੱਚ ਭਗਤੀ ਦੀ ਗੁਣਾਂ ਦੀ ਸੁਗੰਧੀ ਹੈ। ਉਹ ਉਸ ਸੁਗੰਧੀ ਨੂੰ ਫੈਲਾਉਂਦੇ ਰਹਿੰਦੇ ਹੈ। ਸ਼ਬਦ ਸੁਰਤ ਲਿਵ ਸਾਧ ਸੰਗ, ਗੁਰਮੁਖ ਸੁਖ ਫਲ ਅੰਮ੍ਰਿਤ ਬਾਣੀ। ਜਿਹੜੇ ਗੁਰਮੁਖ ਹਨ ਉਹ ਸਾਧ ਸੰਗਤ ਦੇ ਵਿੱਚ ਟਿਕ ਕੇ ਸ਼ਬਦ ਦੇ ਨਾਲ ਸ੍ਰੇਸ਼ਟ ਪ੍ਰੀਤੀ ਕਰਦਿਆਂ ਹੋਇਆਂ ਆਪਣੀ ਲਿਵ ਲਾਉਂਦੇ ਹੈ, ਅਤੇ ਗੁਰਮੁਖ ਗੁਰੂ ਕੀ ਅੰਮ੍ਰਿਤ ਬਾਣੀ ਨੂੰ ਰਸਨਾ ਤੋਂ ਪੜ੍ਹਦੇ ਹੈ, ਸੁਣਾਉਂਦੇ ਹੈ। ਇਹੀ ਉਹਨਾਂ ਵਾਸਤੇ ਸੁਖ ਫਲ ਹੈ। ਅਤੇ ਰਸਨਾ ਤੋਂ ਅੰਮ੍ਰਿਤ ਬਾਣੀ ਪੜ੍ਹਦਿਆਂ ਉਹ ਵਰਖਾ ਕਰਦੇ ਹੈ ਅੰਮ੍ਰਿਤ ਬਾਣੀ ਦੀ। ਝਿਮ ਝਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਨ ਸ਼ਬਦ ਵਿਚਾਰਾ। ਐਸਾ ਗੁਰਮੁਖਾਂ ਦਾ ਜੀਵਨ ਹੈ। ਉੱਚੇ ਨੇ ਗੁਰਮੁਖ। ਅਵਗਤ ਗਤ ਅਤ ਅਕਥ ਕਹਾਣੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਗੁਰਮੁਖ ਜਿਹੜੇ ਹੈ ਮਹਾਤਮਾ ਜਨ, ਬਹੁਤ ਹੀ ਅਤਿਸ਼ੈ ਕਰਕੇ ਉਹਨਾਂ ਦੀ ਅਸਚਰਜ ਗਤੀ ਹੈ। ਉਹਨਾਂ ਦੀ ਅਵਸਥਾ ਜਿਹੜੀ ਹੈ ਉਹ ਅਸਚਰਜਤਾ ਵਾਲੀ ਹੈ, ਉਹਦੇ ਬਾਰੇ ਦੱਸਿਆ ਨਹੀਂ ਜਾ ਸਕਦਾ। ਉਹਨਾਂ ਦੀ ਕਹਾਣੀ ਜਿਹੜੀ ਹੈ ਉਹ ਕਥਨ ਦੇ ਵਿੱਚ ਨਹੀਂ ਆ ਸਕਦੀ। ਅਸੀਂ ਰੋਜ਼ ਪੜ੍ਹਦੇ ਹਾਂ, ਕਾਗਦ ਕਲਮ ਨਾ ਲਿਖਣਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਸੋ ਜਿਹੜੇ ਮੰਨਦੇ ਹੈ, ਵਿਚਾਰ ਕਰਦੇ ਹੈ, ਪ੍ਰਭੂ ਦੇ ਨਾਮ ਨੂੰ ਸਿਮਰਦੇ ਹੈ, ਨਾ ਤਾਂ ਕਾਗਜ਼ ਹੈ, ਨਾ ਕੋਈ ਕਲਮ ਹੈ, ਅਤੇ ਨਾ ਲਿਖਣ ਵਾਲਾ ਹੈ ਜਿਹੜਾ ਉਹਨਾਂ ਦੇ ਬਾਰੇ, ਉਹਨਾਂ ਦੀ ਅਵਸਥਾ ਬਾਰੇ ਲਿਖ ਸਕੇ। ਇੰਨੀ ਉੱਚੀ ਅਵਸਥਾ ਹੈ ਗੁਰਮੁਖਾਂ ਦੀ। ਇਸ ਤੋਂ ਅਗਲੀ ਪੌੜੀ ਦੇ ਵਿੱਚ 14ਵੀਂ ਪੌੜੀ ਵਿੱਚ ਭਾਈ ਗੁਰਦਾਸ ਸਾਹਿਬ ਜੀ ਹੁਣ ਉਹਨਾਂ ਭਗਤਾਂ ਦੇ ਨਾਮਾਂ ਦਾ ਜ਼ਿਕਰ ਕਰਦੇ ਹੈ ਜਿਨ੍ਹਾਂ ਨੇ ਸਕਾਮ ਭਗਤੀ ਕੀਤੀ। ਸਕਾਮ ਦਾ ਅਰਥ ਹੁੰਦਾ ਮਨ ਵਿੱਚ ਕੋਈ ਕਾਮਨਾ ਰੱਖੀ ਸੀ, ਮਨ ਵਿੱਚ ਕਾਮਨਾ ਰੱਖ ਕੇ ਭਗਤੀ ਕੀਤੀ। ਕੋਈ ਕਿਸੇ ਤੋਂ ਤੰਗ ਸੀ, ਕਿਸੇ ਨੇ ਕਿਸੇ ਨੂੰ ਦੁਖੀ ਕੀਤਾ, ਤਾਂ ਉਹ ਇਸ ਪਾਸੇ ਆ ਗਿਆ। ਕੋਈ ਨਾ ਕੋਈ ਗੱਲ ਜ਼ਰੂਰ ਸੀ। ਪਰ ਗੁਰਮੁਖ ਜਿਹੜੇ ਹੁੰਦੇ ਉਹ ਨਿਸ਼ਕਾਮ ਹੁੰਦੇ ਆ, ਸਿਰਫ ਪ੍ਰਭੂ ਦੇ ਪ੍ਰੇਮ ਕਰਕੇ ਬੰਦਗੀ ਕਰਦੇ ਆ। ਉਹ ਤਾਂ ਰਾਜ ਨਾ ਚਾਹੋਂ ਮੁਕਤ ਨਾ ਚਾਹੋਂ, ਮਨ ਪ੍ਰੀਤ ਚਰਨ ਕਮਲਾਰੇ। ਰਾਜ ਦੀ ਵੀ ਇੱਛਾ ਨਹੀਂ, ਮੁਕਤੀ ਦੀ ਵੀ ਇੱਛਾ ਨਹੀਂ, ਬਸ ਰੱਬ ਦਾ ਪ੍ਰੇਮ, ਚਰਨਾਂ ਦਾ ਪਿਆਰ ਚਾਹੀਦਾ ਹੈ। ਮੁਕਤ ਬਪੜੀ ਭੀ ਗਿਆਨੀ ਤਿਆਗੇ। ਜਿਹੜਾ ਗਿਆਨਵਾਨ ਪੁਰਸ਼ ਹੈ ਉਹ ਤਾਂ ਮੁਕਤੀ ਦਾ ਵੀ ਤਿਆਗ ਕਰ ਦਿੰਦਾ, ਐਸਾ ਤਿਆਗੀ ਹੁੰਦਾ ਹੈ। ਤਾਂ ਭਾਈ ਗੁਰਦਾਸ ਜੀ ਹੁਣ ਜ਼ਿਕਰ ਕਰ ਰਹੇ ਨੇ ਉਹ ਭਗਤ ਜਿਨ੍ਹਾਂ ਦੇ ਮਨ ਵਿੱਚ ਕਾਮਨਾ ਸੀ, ਭਗਤੀ ਕੀਤੀ ਅਤੇ ਅਖੀਰ 'ਤੇ ਪੁੱਜੇ ਨੇ। ਉਹ ਅਭੇਦ ਹੋਏ ਨੇ ਪ੍ਰਭੂ ਵਿੱਚ, ਪਰ ਕਾਮਨਾ ਸੀ ਮਨ ਵਿੱਚ। ਧਰੂ ਪ੍ਰਹਿਲਾਦ ਭਵੀਖਣੋ, ਅੰਬਰੀਕ ਬਲ ਜਨਕ ਵਖਾਣਾ। ਭਾਈ ਗੁਰਦਾਸ ਜੀ ਕਹਿੰਦੇ ਜਿਹੜੇ ਭਗਤ ਨੇ ਨਾ, ਭਗਤ ਧਰੂ, ਪ੍ਰਹਿਲਾਦ, ਭਵੀਖਣ, ਅੰਬਰੀਕ, ਰਾਜਾ ਬਲ, ਰਾਜਾ ਜਨਕ, ਸੋ ਇਹ ਜਿਹੜੇ ਭਗਤ ਹੋਏ ਨਾ, ਇਹ ਕਥਾ ਦੇ ਵਿੱਚ ਕਥਨ ਕੀਤੇ ਜਾਂਦੇ ਹੈ। ਇਹਨਾਂ ਦੀ ਕਥਾ ਜਿਹੜੀ ਹੈ ਉਹ ਕੀਤੀ ਜਾਂਦੀ ਹੈ। ਰਾਜ ਕੁਆਰ ਹੋਏ ਰਾਜਸੀ, ਆਸਾ ਬੰਦੀ ਚੋਜ ਵਿਡਾਣਾ।
ਇਹ ਜਿੰਨੇ ਵੀ ਭਗਤ ਗਿਣੇ ਆ, ਧਰੂ, ਪ੍ਰਹਿਲਾਦ, ਭੀਖਣ, ਅਮਰੀਕ, ਬਲ, ਜਨਕ, ਇਹ ਸਾਰੇ ਰਾਜਿਆਂ ਦੇ ਪੁੱਤਰ ਸੀ। ਇਹ ਰਾਜਕੁਮਾਰ ਸੀ, ਰਾਜਿਆਂ ਦੇ ਪੁੱਤਰ ਸੀ। ਰਾਜਕੁਮਾਰ ਹੋਣ ਕਰਕੇ ਇਹਨਾਂ ਦੇ ਵਿੱਚ ਰਜੋ ਗੁਣ ਵਧੇਰੇ ਸੀ ਅਤੇ ਆਸਾਵਾਂ ਦੇ ਵਿੱਚ ਬੱਧੇ ਹੋਏ ਸੀ। ਇਹ ਕਹਿੰਦੇ ਇਹ ਚੋਜ ਵਿਡਾਣਾ, ਅਸਚਰਜ ਚੋਜ ਹੈ, ਅਸਚਰਜ ਕੌਤਕ ਹੈ। ਇਹ ਅਸਚਰਜ ਖੇਡ ਰਹੀ ਕਿ ਭਗਤੀ ਤਾਂ ਕੀਤੀ ਪਰ ਆਸਾ ਬੰਧੀ ਰਹੇ, ਆਸਾਂ ਦੇ ਵਿੱਚ ਬੱਝੇ ਰਹੇ। ਇਹ ਹੁਣ ਥੋੜ੍ਹਾ ਥੋੜ੍ਹਾ ਉਹਨਾਂ ਦਾ ਦੱਸਦੇ ਆ ਵੀ ਕਿਵੇਂ ਕਿਵੇਂ ਇਹ ਜਿਹੜੇ ਸੀ ਭਗਤੀ ਵਾਲੇ ਪਾਸੇ ਆਏ। ਧਰੂ ਮਤਰੇਈ ਚੰਡਿਆ, ਪੀਓ ਫੜ ਪ੍ਰਹਿਲਾਦ ਰੰਜਾਣਾ। ਧਰੂ ਜਿਹੜਾ ਸੀ ਉਹ ਮਤਰੇਈ ਮਾਂ ਦਾ ਦੁਖਾਇਆ ਹੋਇਆ ਸੀ। ਮਤਰੇਈ ਮਾਂ ਨੇ ਦੁਖੀ ਕੀਤਾ ਸੀ, ਉਹ ਨਹੀਂ ਸੀ ਜੀਣ ਦਿੰਦੀ ਉਹਨੂੰ। ਪਿੱਛੇ ਆਪਾਂ ਸਾਰੀ ਕਥਾ ਸੁਣੀ ਆਏ ਹਾਂ, ਰਾਜੇ ਉਤਾਨਪਾਦ ਦੀ ਗੋਦ ਵਿੱਚੋਂ ਫੜ ਕੇ ਉਠਾ ਦਿੱਤਾ ਸੀ। ਧਰੂ ਭਗਤ ਮਾਂ ਦਾ ਦੁਖੀ ਕੀਤਾ ਸੀ ਤਾਂ ਉਹ ਭਗਤੀ ਕਰਨ ਵਾਲੇ ਪਾਸੇ ਗਿਆ ਅਤੇ ਭਗਤੀ ਕੀਤੀ। ਮਾਂ ਨੂੰ ਪੁੱਛਿਆ ਸੀ ਨਾ ਕਿਵੇਂ ਰਾਜ ਮਿਲੇ, ਉਹਨੇ ਕਿਹਾ ਬੰਦਗੀ ਕਰ ਪੁੱਤਰਾ, ਅਤੇ ਫਿਰ ਬੰਦਗੀ ਕੀਤੀ, ਰਾਜ ਵੀ ਮਿਲਿਆ ਅਤੇ ਪਰਮ ਪਦਵੀ ਅਖੀਰ 'ਤੇ ਮਿਲੀ। ਸੋ ਧਰੂ ਮਤਰੇਈ ਦਾ ਚੰਡਿਆ ਦੁਖਾਇਆ ਹੋਇਆ ਸੀ। ਪੀਓ ਫੜ ਪ੍ਰਹਿਲਾਦ ਰੰਜਾਣਾ, ਅਤੇ ਪ੍ਰਹਿਲਾਦ ਨੂੰ ਉਹਦੇ ਹੀ ਪਿਓ ਹਰਨਾਕਸ਼ ਨੇ ਫੜ ਕੇ ਬਹੁਤ ਜ਼ਿਆਦਾ ਦੁਖੀ ਕੀਤਾ। ਭੇਦ ਭੀਖਣ ਲੰਕ ਲੈ, ਅੰਬਰੀਕ ਲੈ ਚੱਕਰ ਲੁਭਾਣਾ। ਅਤੇ ਜਿਹੜਾ ਭੀਖਣ ਸੀ ਇਹ ਆਪਣੇ ਭਰਾ ਰਾਵਣ ਕੋਲੋਂ ਦੁਖੀ ਸੀ। ਇਹਨੇ ਭੇਦ ਦੱਸਿਆ ਸ੍ਰੀ ਰਾਮ ਚੰਦਰ ਨੂੰ ਵੀ ਇਹਦੀ ਧੁੰਨੀ ਵਿੱਚ ਅੰਮ੍ਰਿਤ ਹੈ, ਉੱਥੇ ਤੀਰ ਮਾਰ ਇਹਦੀ ਨਾਭੀ ਵਿੱਚ, ਇਹਨੇ ਫਿਰ ਮਰਨਾ ਹੈ। ਫਿਰ ਉਹ ਰਾਵਣ ਮਰਿਆ ਅਤੇ ਲੰਕਾ ਦਾ ਰਾਜ ਭੀਖਣ ਨੇ ਲੈ ਲਿਆ। ਭੇਦ ਭੀਖਣ ਲੰਕ ਲੈ, ਅੰਬਰੀਕ ਲੈ ਚੱਕਰ ਲੁਭਾਣਾ। ਅਤੇ ਜਿਹੜਾ ਅੰਬਰੀਕ ਭਗਤ ਸੀ ਇਹਦੀ ਰੱਖਿਆ ਵਾਸਤੇ ਜਿਹੜਾ ਚੱਕਰ ਸੀ ਇਹਦੇ ਦਰਵਾਜ਼ੇ ਦੇ ਅੱਗੇ, ਇਹ ਉਸੇ ਨੂੰ ਪ੍ਰਾਪਤ ਕਰਨ ਦੇ ਵਿੱਚ ਲੁਭਾਏਮਾਨ ਰਿਹਾ। ਪੈਰ ਕੜਾ ਹੈ ਜਨਕ ਦਾ, ਕਰ ਪਾਖੰਡ ਧਰਮ ਧਿਆਣਾ। ਅਤੇ ਜਨਕ ਜਿਹੜਾ ਸੀ ਉਹ ਬਦੋ ਬਦੀ ਦਾ ਧਰਮ ਉਹਨੇ ਧਾਰਨ ਕੀਤਾ, ਆਸੁਰੀ ਧਰਮ। ਜਦੋਂ ਸੁਖਦੇਵ ਆਇਆ ਸੀ ਨਾ ਇਹਦੇ ਤੋਂ ਜਨਕ ਰਾਜੇ ਕੋਲੋਂ ਦੀਖਿਆ ਲੈਣ, ਅਤੇ ਇਹਨੇ ਇੱਕ ਪੈਰ ਤੇਲ ਦਾ ਕੜਾਇਆ ਉਬਲਦਾ ਸੀ ਉਹਦੇ ਵਿੱਚ ਰੱਖਿਆ, ਅਤੇ ਦੂਜਾ ਜਿਹੜਾ ਪੈਰ ਸੀ ਉਹਦੇ ਕੋਲੋਂ ਉਹਦੇ 'ਤੇ ਮਾਲਿਸ਼ ਕਰਵਾਉਂਦਾ ਪਿਆ ਸੀ ਨੌਜਵਾਨ ਇਸਤਰੀਆਂ ਕੋਲੋਂ। ਇਹਨੇ ਦਿਖਾਉਣਾ ਤਾਂ ਇਹ ਸੀ ਸੁਖਦੇਵ ਨੂੰ ਵੀ ਵੇਖ ਜਿਹੜਾ ਤੇਲ ਦੇ ਵਿੱਚ ਹੈ ਨਾ ਇਹਨੂੰ ਕੋਈ ਦੁੱਖ ਨਹੀਂ ਅਤੇ ਦੂਜੇ ਨੂੰ ਕੋਈ ਸੁੱਖ ਨਹੀਂ, ਦੁੱਖਾਂ ਸੁੱਖਾਂ ਤੋਂ ਉੱਪਰ ਹੋ ਗਿਆ ਹਾਂ। ਪਰ ਤੇਲ ਦੇ ਕੜਾਹੇ 'ਚ ਪੈਰ ਰੱਖਣਾ ਇਹ ਧਿਆਣਾ, ਕਹਿੰਦੇ ਧੱਕੇ ਦਾ ਹੀ ਧਰਮ ਹੋਇਆ ਨਾ, ਮੱਲੋ ਮੱਲੀ ਬਦੋ ਬਦੀ ਵਾਲਾ। ਇਸ ਤਰ੍ਹਾਂ ਆਸੁਰੀ ਧਰਮ ਧਾਰਨ ਕੀਤਾ ਜਨਕ ਨੇ। ਕਰ ਪਾਖੰਡ ਧਰਮ ਧਿਆਣਾ, ਅਤੇ ਇਹ ਪਖੰਡ ਕਰਕੇ ਵਿਖਾਇਆ। ਆਪ ਗਣਾਏ ਵਿਗੁਚਣਾ, ਦਰਗਹਿ ਪਾਏ ਮਾਣ ਨਿਮਾਣਾ। ਜਿਹੜਾ ਆਪਣਾ ਆਪ ਜਣਾਉਂਦਾ, ਵਿਖਾਵਾ ਕਰਦਾ, ਕਿਉਂਕਿ ਦੁਨੀਆ 'ਤੇ ਵਿਖਾਵਾ ਬਹੁਤ ਚੱਲਦਾ ਹੈ ਔਰ ਇੰਨਾ ਵਿਖਾਵਾ ਚੱਲਦਾ ਹੈ, ਲੋਕ ਕੱਪੜੇ ਵੇਖ ਕੇ ਬੰਦੇ ਦੀ ਸ਼ਖਸੀਅਤ ਨੂੰ ਪਹਿਚਾਣਦੇ ਹੈ, ਜਦੋਂ ਕਿ ਇਹ ਚਾਹੀਦਾ ਨਹੀਂ। ਤਨ 'ਤੇ ਪਾਏ ਹੋਏ ਕੱਪੜਿਆਂ ਦੇ ਨਾਲ ਬੰਦੇ ਦੀ ਸ਼ਖਸੀਅਤ ਦੀ ਪਹਿਚਾਣ ਨਹੀਂ ਆਉਂਦੀ। ਉਹਦੇ ਗੁਣਾਂ ਨੂੰ ਵੇਖੋ, ਉਹਦੇ ਜੀਵਨ ਨੂੰ ਦੇਖੋ। ਸੋ ਜਿਹੜੇ ਪਖੰਡ ਕਰਦੇ ਹੈ, ਜਣਾਉਂਦੇ, ਦਿਖਾਵਾ ਕਰਦੇ, ਭਾਈ ਗੁਰਦਾਸ ਜੀ ਕਹਿੰਦੇ ਵਿਗੁਚਣਾ, ਉਹ ਖੁਆਰ ਹੁੰਦੇ ਹੈ। ਦਰਗਹਿ ਪਾਏ ਮਾਣ ਨਿਮਾਣਾ, ਅਤੇ ਜਿਹੜੇ ਨਿਮਾਣੇ ਰਹਿੰਦੇ ਹੈ ਉਹ ਰੱਬੀ ਦਰਗਾਹ ਵਿੱਚ ਮਾਣ ਸਤਿਕਾਰ ਪਾਉਂਦੇ ਹੈ। ਗੁਰਮੁਖ ਸੁਖ ਫਲ ਪਤ ਪਰਵਾਣਾ। ਸੋ ਜਿਹੜੇ ਗੁਰਮੁਖ ਹਨ ਉਹਨਾਂ ਨੇ ਸੁਖ ਫਲ ਇਹ ਪ੍ਰਾਪਤ ਕੀਤਾ ਹੈ ਵੀ ਉਹਨਾਂ ਦੀ ਪਤ ਜਿਹੜੀ ਹੈ ਪ੍ਰਵਾਨ ਹੋਈ ਹੈ ਪ੍ਰਭੂ ਦੇ ਦਰ 'ਤੇ। ਸੋ ਗੁਰਮੁਖ ਸਭ ਤੋਂ ਉੱਚੇ ਨੇ ਅਤੇ ਮਹਾਨ ਹਨ। ਭਾਵੇਂ ਇਹ ਭਗਤ ਪ੍ਰਭੂ ਦੇ ਦਰ 'ਤੇ ਪ੍ਰਵਾਨ ਹਨ, ਪਰ ਇਹਨਾਂ ਦੇ ਮਨ ਵਿੱਚ ਕਾਮਨਾ ਸੀ, ਰਾਜ ਲਈਏ। ਕੋਈ ਕਿਸੇ ਤੋਂ ਦੁਖੀ ਸੀ ਤਾਂ ਬੰਦਗੀ ਕਰਨ ਵਾਲੇ ਪਾਸੇ ਗਿਆ। ਪਦਵੀ ਤਾਂ ਇਹਨਾਂ ਨੂੰ ਮਿਲ ਗਈ ਪਰ ਸਕਾਮ ਭਗਤੀ ਕੀਤੀ। ਹੁਣ ਅਗਲੀ 15ਵੀਂ ਪੌੜੀ ਵਿੱਚ ਭਾਈ ਗੁਰਦਾਸ ਸਾਹਿਬ ਜੀ ਦੱਸਦੇ ਹੈ ਵੀ ਜਿਹੜੇ ਨਿਸ਼ਕਾਮ ਭਗਤ ਹੋਏ ਹੈ, ਜਿਨ੍ਹਾਂ ਨੂੰ ਨੀਵੀਂ ਜਾਤ ਵਾਲਾ ਕਿਹਾ ਜਾਂਦਾ ਸੀ, ਉੱਚ ਜਾਤੀ ਦੇ ਬ੍ਰਾਹਮਣ ਦੁਰਕਾਰਦੇ ਰਹੇ, ਖਿਜਾਉਂਦੇ ਰਹੇ, ਤੁਸੀਂ ਨੀਵੇਂ, ਤੁਸੀਂ ਨੀਚ,
ਇਹ ਗੱਲਾਂ ਕਰਦੇ ਰਹੇ। ਕਹਿੰਦੇ ਪਰ ਸੀ ਉਹ ਨਿਸ਼ਕਾਮ, ਕੋਈ ਕਾਮਨਾ ਨਹੀਂ ਸੀ, ਸਿਰਫ ਪ੍ਰਭੂ ਦੇ ਪ੍ਰੇਮ ਕਰਕੇ ਭਗਤੀ ਕੀਤੀ ਉਹਨਾਂ ਨੇ। ਕਲ ਯੁਗ ਨਾਮਾ ਭਗਤ ਹੋਏ, ਫੇਰ ਦੇਹੋਰਾ ਗਾਏ ਜਿਵਾਈ। ਭਾਈ ਗੁਰਦਾਸ ਜੀ ਕਹਿੰਦੇ ਕਲਯੁਗ ਦੇ ਵਿੱਚ ਭਗਤ ਨਾਮਦੇਵ ਜੀ ਹੋਏ ਪਰਮੇਸ਼ਰ ਦੇ ਪਿਆਰੇ, ਫੇਰ ਦੇਹੋਰਾ ਗਾਏ ਜਿਵਾਈ, ਦੇਹੋਰਾ ਫੇਰ ਦਿੱਤਾ ਤੇ ਗਾਂ ਜਿਉਂਦੀ ਕੀਤੀ, ਪਰਮਾਤਮਾ ਸਹਾਈ ਹੋਇਆ। ਕੋਈ ਇਹਨਾਂ ਦੇ ਮਨ ਵਿੱਚ ਕਾਮਨਾ ਨਹੀਂ ਸੀ ਵੀ ਰਾਜ ਮਿਲੇ ਜਾਂ ਹੋਰ ਕੋਈ ਗੱਲਬਾਤ, ਬਸ ਪ੍ਰਭੂ ਦਾ ਪ੍ਰੇਮ। ਭਗਤ ਕਬੀਰ ਵਖਾਣੀਐ, ਬੰਦੀ ਖਾਨੇ ਤੇ ਉੱਠ ਜਾਈ। ਭਗਤ ਕਬੀਰ ਜੀ ਦਾ ਕਥਨ ਕੀਤਾ ਜਾਂਦਾ ਹੈ। ਇਹ ਕੈਦਖਾਨੇ ਵਿੱਚੋਂ ਨਿਕਲ ਗਏ ਸੀ, ਜਦੋਂ ਬਾਦਸ਼ਾਹ ਨੇ ਕੈਦ ਕਰ ਲਿਆ ਸੀ ਤੇ ਫਿਰ ਉੱਥੋਂ ਨਿਕਲ ਆਏ ਸੀ। ਅਨੇਕਾਂ ਨੇ ਯਤਨ ਕੀਤਾ, ਫਿਰ ਇਹਨਾਂ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ ਬਾਦਸ਼ਾਹ ਨੇ ਛੱਡ ਦਿੱਤਾ ਸੀ। ਕਈ ਤਰ੍ਹਾਂ ਦੇ ਦੁੱਖ ਦਿੱਤੇ ਸੀ ਇਹਨਾਂ ਨੂੰ, ਕਦੇ ਹਾਥੀ ਅੱਗੇ ਸੁੱਟਿਆ, ਕਦੇ ਜੰਜੀਰਾਂ ਪਾ ਦਿੱਤੀਆਂ। ਸੋ ਭਗਤ ਕਬੀਰ ਜੀ, ਇਹਨਾਂ ਭਗਤੀ ਕੀਤੀ, ਕੋਈ ਕਾਮਨਾ ਨਹੀਂ ਸੀ ਮਨ ਵਿੱਚ। ਧੰਨਾ ਜੱਟ ਉਧਾਰਿਆ, ਸਦਨਾ ਜਾਤ ਅਜਾਤ ਕਸਾਈ। ਇਸੇ ਤਰ੍ਹਾਂ ਧੰਨਾ ਜੱਟ, ਉਹਨੇ ਪ੍ਰਭੂ ਦੀ ਭਗਤੀ ਕੀਤੀ, ਪ੍ਰਭੂ ਨੇ ਉਹਦਾ ਉਧਾਰ ਕਰ ਦਿੱਤਾ। ਸਦਨਾ ਜਾਤ ਅਜਾਤ ਕਸਾਈ। ਇਸੇ ਤਰ੍ਹਾਂ ਭਗਤ ਸਦਨਾ ਜੀ, ਜੋ ਜਾਤਾਂ ਦੇ ਵਿੱਚੋਂ ਅਜਾਤ ਕਹੀਏ ਨੀਵੀਂ ਜਾਤ ਦੇ ਕਸਾਈ ਸਨ, ਉਹਨਾਂ ਦਾ ਵੀ ਭਲਾ ਹੋਇਆ ਜਦੋਂ ਭਗਤੀ ਕੀਤੀ, ਬੰਦਗੀ ਕੀਤੀ, ਨਾਮ ਜਪਿਆ। ਜਨ ਰਵਿਦਾਸ ਚਮਾਰ ਹੋਏ, ਚਹੋਵਰ ਨਾਂ ਵਿੱਚ ਕਰ ਵਡਿਆਈ। ਭਗਤ ਰਵਿਦਾਸ ਜੀ ਚਮਾਰ ਹੋਏ, ਇਹ ਪਰਮੇਸ਼ਰ ਦੇ ਜਨ ਸੱਚੇ ਸੁੱਚੇ ਸੇਵਕ ਹੋਏ। ਕੋਈ ਕਾਮਨਾ ਨਹੀਂ ਸੀ, ਸਿਰਫ ਪ੍ਰਭੂ ਦਾ ਪਿਆਰ ਸੀ ਹਿਰਦੇ ਵਿੱਚ। ਭਗਤੀ ਬੰਦਗੀ ਕੀਤੀ ਤੇ 4 ਵਰਨਾਂ ਦੇ ਲੋਕਾਂ ਨੇ ਇਹਨਾਂ ਦੀ ਵਡਿਆਈ ਕੀਤੀ। ਫਿਰ ਬ੍ਰਾਹਮਣ ਵੀ ਆ ਕੇ ਚਰਨੀ ਪੈਣ, ਖੱਤਰੀ ਵੀ, ਵੈਸ਼ ਵੀ, ਸ਼ੂਦਰ ਵੀ, ਸਾਰੇ ਚਰਨੀ ਪਏ। ਬੇਣ ਹੋਆ ਅਧਿਆਤਮੀ, ਸੈਣ ਨੀਚ ਕੁਲ ਅੰਦਰ ਨਾਈ। ਭਗਤ ਬੇਣੀ ਜੀ ਇਹ ਅਧਿਆਤਮੀ ਹੋਏ, ਇਹਨਾਂ ਦੇ ਮਨ ਵਿੱਚ ਕੋਈ ਕਾਮਨਾ ਨਹੀਂ ਸੀ। ਪ੍ਰਭੂ ਦੀ ਭਗਤੀ ਕੀਤੀ ਇਹਨਾਂ ਨੇ, ਵਾਹਿਗੁਰੂ ਦੀ ਬੰਦਗੀ ਕੀਤੀ। ਬੇਣੀ ਭਗਤ ਇਹ ਵੀ ਨਿਸ਼ਕਾਮ ਹੋਏ ਹੈ। ਸੈਣ ਨੀਚ ਕੁਲ ਅੰਦਰ ਨਾਈ। ਤੇ ਭਗਤ ਸੈਣ ਜੀ, ਜਿਨ੍ਹਾਂ ਨੂੰ ਨੀਚ ਕੁਲ ਕਿਹਾ ਜਾਂਦਾ ਸੀ ਵੀ ਇਹ ਨੀਚ ਕੁਲ ਦੇ ਨਾਈ ਹਨ, ਕਹਿੰਦੇ ਉਹਨਾਂ ਨੇ ਵੀ ਉੱਚੀ ਪਦਵੀ ਪ੍ਰਾਪਤ ਕਰ ਲਈ ਬੰਦਗੀ ਕਰਕੇ। ਪੈਰੀ ਪੈ ਪਾ ਖਾਕ ਹੋਏ, ਗੁਰ ਸਿੱਖਾਂ ਵਿੱਚ ਵੱਡੀ ਸਮਾਈ। ਭਾਈ ਗੁਰਦਾਸ ਜੀ ਕਹਿੰਦੇ ਜਿਹੜੇ ਭਗਤ ਮੈਂ ਗਿਣੇ ਆ ਨਾ, ਅਜੇ ਸਾਰੇ ਨਹੀਂ ਗਿਣੇ, ਕੁਝ ਗਿਣੇ ਆ, ਇਹਨਾਂ ਦੇ ਅੰਦਰ ਕਾਮਨਾ ਕੋਈ ਨਹੀਂ ਸੀ। ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਨਿਸ਼ਕਾਮ ਇਹਨਾਂ ਨੇ ਬੰਦਗੀ ਕੀਤੀ। ਇਸੇ ਤਰ੍ਹਾਂ ਜਿਹੜੇ ਗੁਰਮੁਖ ਹਨ, ਉਹਨਾਂ ਦੇ ਅੰਦਰ ਕਾਮਨਾ ਨਹੀਂ ਹੁੰਦੀ। ਗੁਰੂ ਕੇ ਸਿੱਖਾਂ ਦੇ ਮਨ ਵਿੱਚ ਕੋਈ ਪਦਾਰਥ ਦਾ ਲੋਭ ਨਹੀਂ ਹੁੰਦਾ ਵੀ ਮੈਂ ਬੰਦਗੀ ਕਰਾਂ, ਆਹ ਪਦਾਰਥ ਮਿਲੇਗਾ। ਸਿਰਫ ਗੁਰੂ ਦੇ ਪਿਆਰ ਕਰਕੇ ਹੀ, ਗੁਰੂ ਦੀ ਮਰਿਆਦਾ ਅਨੁਸਾਰ ਚੱਲਦੇ ਹੈ ਤੇ ਗੁਰੂ ਦਾ ਬਖਸ਼ਿਆ ਹੋਇਆ ਨਾਮ ਜਪਦੇ ਹੈ। ਪੈਰੀ ਪੈ ਪਾ ਖਾਕ ਹੋਏ, ਪੈਰੀ ਪੈ ਕੇ ਸਭ ਦੇ ਪੈਰਾਂ ਦੀ ਖਾਕ ਹੋਏ ਰਹਿੰਦੇ ਹੈ। ਗੁਰ ਸਿੱਖਾਂ ਵਿੱਚ ਵੱਡੀ ਸਮਾਈ। ਇਹ ਗੁਰੂ ਕੇ ਸਿੱਖਾਂ ਦੇ ਵਿੱਚ ਵੱਡੀ ਸਹਿਨਸ਼ੀਲਤਾ ਹੈ ਵੀ ਨਿਮਰਤਾ ਵਿੱਚ ਰਹਿੰਦੇ ਹੈ। ਅਲਖ ਲਖਾਏ ਨਾ ਅਲਖ ਲਖਾਈ। ਅਲਖ ਜੋ ਪਰਮਾਤਮਾ ਲਖਣ ਤੋਂ ਰਹਿਤ ਹੈ, ਉਹਨੂੰ ਜਾਣ ਲੈਂਦੇ ਹੈ। ਉਹਦੀ ਸੋਝੀ ਆਈ ਹੈ ਗੁਰਮੁਖਾਂ ਨੂੰ, ਪਰ ਫੇਰ ਵੀ ਆਪਣਾ ਆਪ ਨਹੀਂ ਜਣਾਉਂਦੇ, ਦੱਸਦੇ ਨਹੀਂ। ਕਾਏ ਰੇ ਬਕਬਾਦ ਲਾਇਓ, ਜਿਨ ਹਰ ਪਾਇਓ ਤਿਨਹਿ ਛਪਾਇਓ। ਸੋ ਜਿਨ੍ਹਾਂ ਨੇ ਪਾਇਆ ਨਾ, ਉਹਨਾਂ ਨੇ ਛਪਾ ਕੇ ਰੱਖਿਆ, ਦੱਸਿਆ ਨਹੀਂ, ਢੰਡੋਰਾ ਨਹੀਂ ਪਿੱਟਿਆ ਦੁਨੀਆ ਵਿੱਚ। ਐਸਾ ਜੀਵਨ, ਐਸੀ ਸਹਿਨਸ਼ੀਲਤਾ, ਧੀਰਜਤਾ ਜਿਹੜੀ ਹੈ ਉਹ ਗੁਰਮੁਖਾਂ ਦੇ ਵਿੱਚ ਹੁੰਦੀ ਹੈ। ਸਤਿਗੁਰੂ ਮਿਹਰ ਕਰਨ। ਵਿਚਾਰਾਂ ਕਰਦਿਆਂ ਭੁੱਲਾਂ ਦੀ ਖਿਮਾ ਬਖਸ਼ਣੀ ਜੀ। ਪੈਰੀ ਪੈ ਪਾ ਖਾਕ ਹੋਏ, ਗੁਰ ਸਿੱਖਾਂ ਵਿੱਚ ਵੱਡੀ ਸਮਾਈ। ਅਲਖ ਲਖਾਏ ਨਾ ਅਲਖ ਲਖਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੋਂ
ਸੰਭਾਰੇ ਇਹ ਤੁਮਰੀ ਕਾਬਲ ਮੈਂ ਤੇ ਕਮਈ ਜਾਣੀ ਨਾਨਕ ਦਾ